ਬੋਲੀ ਦੀ ਸਮਾਨਤਾ ਤੇ ਹੱਕਾਂ ਲਈ ਲੜ ਰਹੇ ਸੈਂਥਲ ਨਾਥਨ ਜੀ, ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਦੱਸਿਆ ਕਿ ਬੋਲੀਆਂ ਦਾ ਅੱਜ ਦੇ ਯੁੱਗ 'ਚ ਆਰਥਿਕ ਤੌਰ 'ਤੇ ਸੰਚਾਰ ਦੇ ਸਾਧਨਾਂ ਰਾਹੀਂ, ਐਜੂਕੇਸ਼ਨ ਰਾਹੀਂ ਕਿ ਕਿਵੇਂ ਅਸੀਂ ਮਨੁੱਖੀ ਪੂੰਜੀ ਦੇ ਰੂਪ 'ਚ ਉਹਦੀ ਵਰਤੋਂ ਕਰਕੇ ਵਿਕਾਸ, ਅਖੌਤੀ ਵਿਕਾਸ ਦੀ ਜਗ੍ਹਾ ਅਸਲ 'ਚ ਜਿਹੜਾ ਬੋਲੀ ਦੇ ਰਾਹੀਂ ਮਨੁੱਖੀ ਕਦਰਾਂ ਕੀਮਤਾਂ ਤੋਂ ਲੈ ਕੇ ਸੱਭਿਅਤਾ ਦਾ ਵਿਕਾਸ ਆ ਉਹ ਕਰ ਸਕਦੇ ਹਾਂ। ਅਤੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਕਿ ਅਸੀਂ ਥੋੜ੍ਹੇ ਦਿਨ ਹੋ ਗਏ ਚੰਡੀਗੜ੍ਹ ਕੋਈ ਕੱਪੜੇ ਧੋਣ ਵਾਲੀ ਮਸ਼ੀਨ ਲੈਣ ਗਏ ਮੇਰੇ ਸਾਥੀ ਨਾਲ। ਉਹਨੂੰ ਮੈਂ ਅਗਰ ਜਾ ਕੇ ਦੱਸਿਆ ਕਿ ਇੱਦਾਂ ਇਹ ਮਸ਼ੀਨ ਲੈਣੀ ਆ, ਉਹਨਾਂ ਗੁਣ ਔਗਣ ਦੱਸੇ ਮਸ਼ੀਨ ਦੇ। ਉਦੋਂ ਬਾਅਦ ਮੈਂ ਉਹਨੂੰ ਆਪਣੇ ਲਹਿਜੇ 'ਚ ਕਿਹਾ ਵੀ ਦੱਸ ਫਿਰ, ਅਸੀਂ ਥੋੜ੍ਹੀ ਕਾਹਲੀ ਸੀਗੇ ਵੀ ਇਹਦਾ ਮੁੱਲ ਭਾਅ ਤੈਅ ਕਰ। ਉਹਨੇ ਦੂਜੀ ਵਾਰ ਫਿਰ ਗੁਣ ਔਗਣ ਦੱਸਣੇ ਸ਼ੁਰੂ ਕਰਤੇ। ਉਹਨੂੰ ਫਿਰ ਅਸੀਂ ਕਾਹਲੀ ਸੀਗੇ ਦੱਸਿਆ ਵੀ ਦੱਸ ਫਿਰ, ਮਤਲਬ ਉਹਨੂੰ ਲਹਿਜਾ ਨਹੀਂ ਸਮਝ ਆਇਆ ਵੀ ਦੱਸ ਫਿਰ ਦਾ ਮਤਲਬ ਅਸੀਂ ਮੁੱਲ ਭਾਅ ਤੈਅ ਕਰਨ ਨੂੰ ਕਹਿੰਦੇ ਸੀਗੇ। ਉਹਦੇ ਗੁਣ ਔਗਣ 3 ਵਾਰ ਦੱਸਤੇ ਉਹਨੇ। ਮਤਲਬ ਮੇਰੇ ਨਾਲ ਵਾਲੇ ਸਾਥੀ ਨੇ ਕਿਹਾ ਕਿ ਇਹ ਅਸਲ 'ਚ ਤੇਰੀ ਗੱਲ ਨੂੰ ਨਹੀਂ ਸਮਝ ਰਿਹਾ, ਲਹਿਜੇ ਨੂੰ, ਕਿ ਦੱਸ ਫਿਰ ਦਾ ਮਤਲਬ ਇਹਨੂੰ ਉਹ ਇਹ ਸਮਝ ਜਾਂਦਾ ਸੀਗਾ ਕਿ ਇਹ ਦੁਬਾਰੇ ਮਸ਼ੀਨ ਦੇ ਗੁਣ ਔਗਣਾਂ ਬਾਰੇ ਪੁੱਛ ਰਿਹਾ ਕਿ ਕਿੱਦਾਂ ਚੱਲਦੀ ਹੈ, ਕੀ ਕਰਦੀ ਆ। ਕਿ ਲਹਿਜਾ ਵਪਾਰ ਦੇ ਵਿੱਚ ਬੋਲੀ, ਲਹਿਜਾ ਬੋਲਣ ਦਾ, ਇਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ। ਅਤੇ ਇਹ ਸੈਸ਼ਨ ਦੇ ਦੂਜੇ ਬੁਲਾਰੇ ਡਾਕਟਰ ਕਮਲਜੀਤ ਸਿੰਘ, ਸਹਾਇਕ ਪ੍ਰੋਫੈਸਰ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਉਹਨਾਂ ਦਾ ਬੋਲਣ ਦਾ ਵਿਸ਼ਾ ਫਿਲਾਸਫੀ ਆਫ ਲੈਂਗੁਏਜ, ਭਾਸ਼ਾ ਦਾ ਦਰਸ਼ਨ। ਉਹ ਆਪਣੇ ਵਿਚਾਰ ਸਾਂਝੇ ਕਰਨ। ਡਾਕਟਰ ਕਮਲਜੀਤ ਸਿੰਘ। ਸਵੇਰ ਤੋਂ ਅੱਜ ਦੇ ਇਸ ਟੌਪਿਕ ਬਾਰੇ ਬਹੁਤ ਖੂਬਸੂਰਤ ਚਰਚਾ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਮੇਰਾ ਜੋ ਪਰਚਾ ਹੈ ਉਹ ਉਸ ਦਾ ਟਾਈਟਲ, ਕਿਉਂਕਿ ਬਾਅਦ ਵਿੱਚ ਸਾਰਾ ਫਾਈਨਲ ਹੋਇਆ ਸੀ, ਇਸ ਕਰਕੇ ਉਹਦਾ ਅੱਧਾ ਟਾਈਟਲ ਹੀ ਇਨਵੀਟੇਸ਼ਨ ਵਿੱਚ ਸੀ ਅਤੇ ਅੱਧਾ ਹੀ ਜਿਹੜਾ ਆ ਉਹ ਭਾਈ ਸਾਹਿਬ ਹੋਰਾਂ ਨੇ ਦੱਸਿਆ। ਐਕਚੁਅਲੀ ਸਵੇਰੇ ਮੈਂ ਆ ਕੇ ਇਹਨਾਂ ਨੂੰ ਦੱਸ ਵੀ ਨਹੀਂ ਸਕਿਆ। ਮੇਰੇ ਪੇਪਰ ਦਾ ਟਾਈਟਲ ਹੈ ਭਾਸ਼ਾ ਦਰਸ਼ਨ ਅਤੇ ਪੰਜਾਬੀ ਆਲੋਚਨਾ ਦੀ ਭਾਸ਼ਾ, ਦ ਫਿਲਾਸਫੀ ਆਫ ਲੈਂਗੁਏਜ ਐਂਡ ਲੈਂਗੁਏਜ ਆਫ ਪੰਜਾਬੀ ਕ੍ਰਿਟਿਸਿਜ਼ਮ। ਤੋ ਇਸ ਟੌਪਿਕ 'ਤੇ ਮੈਂ ਗੱਲ ਕਰਨੀ ਹੈ, ਜਿਹਦੇ ਬਾਰੇ ਪਾਤਰ ਸਾਹਿਬ ਨੇ ਵੀ ਕੁਝ ਗੱਲਾਂ ਤੁਹਾਡੇ ਨਾਲ ਕੀਤੀਆਂ ਸਨ ਕਿ ਸਕਾਲਰਸ ਨੇ ਕੀ ਭੂਮਿਕਾ ਨਿਭਾਉਣੀ ਸੀ ਜਿਹੜੀ ਉਹਨਾਂ ਨੇ ਨਹੀਂ ਨਿਭਾਈ। ਸੋ ਮੈਂ ਗੱਲ ਸ਼ੁਰੂ ਕਰਦਾ ਹਾਂ ਭਾਸ਼ਾ ਦਰਸ਼ਨ ਤੋਂ। ਭਾਸ਼ਾ ਦਰਸ਼ਨ ਮੁੱਖ ਰੂਪ ਵਿੱਚ 4 ਪੱਖਾਂ ਨੂੰ ਜਾਂ 4 ਸਮੱਸਿਆਵਾਂ ਨੂੰ ਆਪਣੇ ਵਿਹਾਰ ਵਿੱਚ ਲਿਆਉਂਦਾ। ਮੁੱਢਲਾ ਜਿਹੜਾ ਆਰੰਭ ਬਿੰਦੂ ਹੈ ਜਿੱਥੋਂ ਭਾਸ਼ਾ ਦਰਸ਼ਨ ਦੀ ਗੱਲ ਕੀਤੀ ਜਾ ਸਕਦੀ ਹੈ, ਉਹ ਹੈਗਾ ਅਰਥ, ਅਰਥਾਂ ਦੀ ਪ੍ਰਕਿਰਤੀ, ਅਰਥ ਕਿਵੇਂ ਬਣਦੇ ਆ। ਇਹਦੇ ਬਾਰੇ ਭਾਰਤੀ ਉਪ ਮਹਾਂਦੀਪ ਵਿੱਚ ਸੰਸਕ੍ਰਿਤ ਵਿਦਵਾਨਾਂ ਨੇ ਬਹੁਤ ਕੰਮ ਕੀਤਾ ਅਤੇ ਪੱਛਮ ਦੇ ਵਿੱਚ ਵੀ ਅੰਗਰੇਜ਼ੀ, ਫਰਾਂਸੀਸੀ, ਉਸ ਤੋਂ ਪਹਿਲਾਂ ਗ੍ਰੀਕ ਸਕਾਲਰਸ ਨੇ ਬਹੁਤ ਜ਼ਿਆਦਾ ਕੰਮ ਕੀਤਾ। ਉਸ ਡਿਟੇਲ ਵਿੱਚ ਮੈਂ ਨਹੀਂ ਜਾਵਾਂਗਾ। ਮੈਂ ਸਿਰਫ ਇੰਨਾ ਕਹਾਂਗਾ ਕਿ ਅਰਥ ਜਿਹੜੇ ਆ ਉਹ ਅਨੁਭਵ ਵਿੱਚ ਪਏ ਹੁੰਦੇ ਆ। ਜਿਵੇਂ ਸਾਡੀ ਭਾਸ਼ਾ ਆ, ਇੱਕੋ ਹੀ ਕਿਰਿਆ ਦੇ ਲਈ ਕਈ ਸ਼ਬਦ ਆ। ਜਿਵੇਂ ਬੱਦਲ ਲਿਸ਼ਕਦਾ, ਤਾਰੇ ਟਿਮਟਮਾਉਂਦੇ ਆ, ਜੁਗਨੂੰ ਕੂੰਦਦਾ ਆ, ਸੂਰਜ ਚਮਕਦਾ ਹੈ। ਲਗਭਗ ਇੱਕੋ ਜਿਹੀਆਂ ਕਿਰਿਆਵਾਂ ਆ, ਪਰ ਕਿੰਨੇ ਸ਼ਬਦ ਆ ਅਨੁਭਵ ਦੇ ਫਰਕ ਨਾਲ। ਇਸੇ ਤਰ੍ਹਾਂ ਹੀ ਹਿਰਨ ਚੁੰਗੀਆਂ ਭਰਦੇ ਆ, ਬਾਂਦਰ ਟਪੂਸੀਆਂ ਮਾਰਦੇ। ਕਿਰਿਆ ਲਗਭਗ ਉਵੇਂ ਦੀ ਆ, ਪਰ ਅਨੁਭਵ ਦੇ ਪੱਧਰ 'ਤੇ ਇਹਨਾਂ ਸਾਰੀਆਂ ਚੀਜ਼ਾਂ ਲਈ ਸਾਡੇ ਕੋਲ ਬਹੁਤ ਵੈਰਾਇਟੀ ਹੈ। ਮੇਰਾ ਇਹ ਕਹਿਣ ਤੋਂ ਭਾਵ ਇਹ ਹੈ ਕਿ ਅਰਥਾਂ ਨੂੰ ਕੋਸ਼ਾਂ ਨਾਲੋਂ ਤੋੜ ਕੇ ਉਹਦੀ ਵਰਤੋਂ ਜਿਹੜੀ ਆ, ਜਿਹਦੇ ਵੱਲ ਹੈਲੀਡੇ ਨੇ ਇਸ਼ਾਰਾ ਕੀਤਾ ਕਿ ਜਿਹੜਾ ਫੰਕਸ਼ਨਲ ਲਿੰਗੁਇਸਟਿਕਸ
ਲਿੰਗੁਇਸਟਿਕ ਦਾ ਪ੍ਰਕਾਰਜੀ ਪੱਖ ਹੈ ਜਿਹੜਾ ਭਾਸ਼ਾ ਦਾ, ਜਿਵੇਂ ਭਾਸ਼ਾ ਕੰਮ ਕਰਦੀ ਹੈ ਉਹਦੇ ਵਾਲੇ ਪਾਸੇ ਆਉਣਾ ਚਾਹੀਦਾ। ਪਹਿਲਾਂ ਭਾਸ਼ਾ ਨੂੰ ਸੰਚਾਰ ਸਾਧਨ ਦੇ ਤੌਰ ਤੇ ਹੀ ਸਾਨੂੰ ਪੜ੍ਹਾਇਆ ਗਿਆ ਬੜਾ ਚਿਰ। ਸੰਚਾਰ ਸਾਧਨ ਕਹਿਣ ਨਾਲ ਇਹਦੇ ਅਰਥ ਸੀਮਤ ਹੋ ਜਾਂਦੇ ਆ ਕਿ ਇਹ ਤਾਂ ਸਿਰਫ ਇੱਕ ਤਰ੍ਹਾਂ ਦੀ ਜਾਣਕਾਰੀ ਦਾ ਦੂਸਰੀ ਤਰ੍ਹਾਂ ਦੇ ਬੰਦਿਆਂ ਕੋਲ ਚਲੇ ਜਾਣਾ ਸੰਚਾਰ ਹੈ, ਪਰ ਇੰਨਾ ਕੁ ਨਹੀਂ ਹੈ। ਭਾਸ਼ਾ ਦੇ ਬਾਰੇ ਵਿੱਚ ਜਿਵੇਂ ਇਹ ਸਾਰੇ ਸੱਜਣਾਂ ਨੇ ਦੱਸਿਆ ਵੀ ਭਾਸ਼ਾ ਦਾ ਸੰਬੰਧ ਬੰਦੇ ਦੇ ਵਿਅਕਤੀਤਵ ਨਾਲ ਹੈ, ਉਹਦੀ ਹੋਂਦ ਨਾਲ। ਇਹ ਪੋਲੀਟੀਕਲ ਕੁਐਸਚਨ ਹੈ, ਇਹ ਇਕਨੋਮਿਕ ਕੁਐਸਚਨ ਹੈ, ਇਹ ਸਾਵਰਨਟੀ ਦਾ ਕੁਐਸਚਨ ਹੈ। ਭਾਸ਼ਾ ਦੇ ਬਹੁਤ ਜ਼ਿਆਦਾ ਪੱਖ ਜਿਹੜੇ ਨੇ ਉਹ ਛੱਡ ਕੇ ਉਸ ਨੂੰ ਕੇਵਲ ਸੰਚਾਰ ਸਾਧਨ ਕਹਿਣਾ, ਇਹ ਸਾਡੇ ਨਾਲ ਧੱਕਾ ਸੀ। ਦੂਸਰਾ ਜਿਹੜਾ ਪੱਖ ਆ ਅਗਲਾ, ਅਰਥਾਂ ਤੋਂ ਬਾਅਦ ਜਿਹਨੂੰ ਭਾਸ਼ਾ ਦਰਸ਼ਨ ਡੀਲ ਕਰਦਾ, ਉਹ ਹੈਗਾ ਆ ਭਾਸ਼ਾ ਦੀ ਵਰਤੋਂ। ਭਾਸ਼ਾ ਦੀ ਵਰਤੋਂ ਕਰਨ ਵਾਲੇ ਬੰਦੇ ਜਿਹੜੇ ਆ ਉਹ ਕਿਹੜੇ ਨਿਯਮਾਂ ਦੇ ਅਧੀਨ ਭਾਸ਼ਾ ਦੀ ਵਰਤੋਂ ਕਰਦੇ ਆ। ਪੰਜਾਬੀ ਭਾਸ਼ਾ ਵਿਗਿਆਨ ਦੇ ਵਿੱਚ ਅਰਥਾਂ ਬਾਰੇ ਵੀ ਥੋੜ੍ਹਾ ਬਹੁਤ ਕੰਮ ਹੋਇਆ ਅਤੇ ਜ਼ਿਆਦਾ ਭਾਸ਼ਾ ਦੀ ਵਰਤੋਂ ਦੇ ਬਾਰੇ ਵਿੱਚ ਕੰਮ ਹੋਇਆ। ਤਾਂ ਇਹ ਦੋ ਪੱਖਾਂ ਤੱਕ ਤਾਂ ਸਾਨੂੰ ਕੁਝ ਨਾ ਕੁਝ ਭਾਸ਼ਾ ਵਿਗਿਆਨ ਦੇ ਵਿੱਚ ਮਿਲ ਜਾਂਦਾ। ਇਸ ਤੋਂ ਅਗਲੇ ਜਿਹੜੇ ਦੋ ਪੱਖ ਆ ਜਿਹੜੇ ਜ਼ਿਆਦਾ ਇੰਪੋਰਟੈਂਟ ਆ ਔਰ ਜਿੱਥੇ ਘੱਟ ਕੰਮ ਹੋਇਆ ਔਰ ਨਹੀਂ ਹੋਇਆ, ਅਗਲਾ ਪੱਖ ਆ ਜਿਹੜਾ ਬੋਧ ਹੈ। ਹਰ ਇਨਸਾਨ ਦੇ ਅੰਦਰ ਪਰਮਾਤਮਾ ਵੱਲੋਂ ਬੋਧ ਦੀ ਸਮਰੱਥਾ ਪਾਈ ਗਈ, ਜਿਹਨੂੰ ਅੰਗਰੇਜ਼ੀ 'ਚੋਂ ਕਹਿੰਦੇ ਨੇ ਕੋਗਨੀਸ਼ਨ, ਕੋਗਨਾਈਜ਼ ਕਰਨਾ। ਕਿਸੇ ਚੀਜ਼ ਬਾਰੇ ਸ਼ਬਦਾਂ ਤੋਂ, ਦ੍ਰਿਸ਼ ਤੋਂ, ਆਪਣੀਆਂ 5 ਗਿਆਨ ਇੰਦਰੀਆਂ ਤੋਂ ਕਿਸੇ ਵੀ ਤਰ੍ਹਾਂ ਉਹਦਾ ਆਪਣੇ ਅੰਦਰ ਇਮੇਜ ਬਣਾਉਣਾ। ਇਹਦੇ ਵਿੱਚ ਸਾਈਕੋਲੋਜੀ, ਫਿਲਾਸਫੀ, ਜਿਓਗ੍ਰਾਫੀ, ਬਹੁਤ ਸਾਰੇ ਹੋਰ ਸਬਜੈਕਟ ਵੀ ਇਨਵੋਲਵਡ ਨੇ, ਪਰ ਭਾਸ਼ਾ ਵਿਗਿਆਨ ਦਾ ਇਹ ਜਿਹੜਾ ਭਾਸ਼ਾ ਦਰਸ਼ਨ ਦਾ ਇਹ ਬਹੁਤ ਵੱਡਾ ਇੱਕ ਪੱਖ ਆ। ਇਸ ਤੋਂ ਅਗਲਾ ਜਿਹੜਾ ਪੱਖ ਆ ਜਿਹਨੂੰ ਭਾਸ਼ਾ ਦਰਸ਼ਨ ਡੀਲ ਕਰਦਾ, ਉਹ ਹੈ ਇਸ ਆਲੇ ਦੁਆਲੇ ਨਾਲ, ਇਸ ਸੰਸਾਰ ਨਾਲ ਭਾਸ਼ਾ ਦਾ ਜੋ ਸੰਬੰਧ ਹੈ। ਭਾਸ਼ਾ ਇਸ ਆਲੇ ਦੁਆਲੇ ਨੂੰ ਕਿਵੇਂ ਸਮਝਦੀ ਹੈ, ਕਿਵੇਂ ਉਸ ਨੂੰ ਕੋਡੀਫਾਈ ਕਰਦੀ ਹੈ, ਕਿਵੇਂ ਉਸ ਨੂੰ ਡੀਕੋਡੀਫਾਈ ਕਰਦੀ ਹੈ। ਇਹ 4 ਪੱਖ ਨੇ ਜਿਹਦੇ ਨਾਲ ਭਾਸ਼ਾ ਦਰਸ਼ਨ ਵਿਹਾਰ ਕਰਦਾ। ਅਤੇ ਜਿਹੜੇ ਸੱਜਣ ਭਾਸ਼ਾ ਦੇ ਸਬਜੈਕਟ ਨੂੰ ਮਾਸਟਰ ਕਲਾਸਾਂ ਵਿੱਚ ਪੜ੍ਹਦੇ ਨੇ ਜਾਂ ਪੜ੍ਹ ਚੁੱਕੇ ਨੇ ਜਾਂ ਪੜ੍ਹਾ ਰਹੇ ਨੇ, ਉਹਨਾਂ ਨੂੰ ਇਹ ਪਤਾ ਆ ਕਿ ਜਿਹੜੇ ਮਗਰਲੇ 2 ਪੱਖ ਆ, ਬੋਧ ਵਾਲਾ ਪੱਖ ਅਤੇ ਇਸ ਸੰਸਾਰ ਨਾਲ ਬਣਦੇ ਰਿਸ਼ਤਿਆਂ ਦਾ ਪੱਖ, ਇਹਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਕੋਈ ਬਹੁਤਾ ਕੰਮ ਨਹੀਂ ਹੋਇਆ। ਇਹ ਨਾ ਹੋਣ ਦਾ ਜਿਹੜਾ ਨੁਕਸਾਨ ਆ ਉਹ ਕੀ ਹੈ ਕਿ ਜਦੋਂ ਅਸੀਂ ਆਪਣੀ ਭਾਸ਼ਾ ਵਿੱਚ, ਜਿਹੜੀ ਭਾਸ਼ਾ ਅਸੀਂ ਹੁਣ ਬੋਲ ਰਹੇ ਹਾਂ, ਜਿਹੜੀ ਭਾਸ਼ਾ ਬਾਰੇ ਮੈਂ ਗੱਲ ਮੈਂ ਥੋੜ੍ਹਾ ਸ਼ੁਰੂ ਵਿੱਚ ਇੰਟਰੋਡਕਸ਼ਨ ਦੇਣੀ ਭੁੱਲ ਗਿਆ ਕਿ ਜਿਹੜਾ ਮੇਰੇ ਪੇਪਰ ਦਾ ਟੌਪਿਕ ਹੈ ਭਾਸ਼ਾ ਦਰਸ਼ਨ ਅਤੇ ਪੰਜਾਬੀ ਆਲੋਚਨਾ ਦੀ ਭਾਸ਼ਾ। ਤਾਂ ਜਦੋਂ ਆਧੁਨਿਕ ਪੰਜਾਬੀ ਸਾਹਿਤ ਦੀ ਆਲੋਚਨਾ ਜਾਂ ਸਾਰੇ ਪੰਜਾਬੀ ਸਾਹਿਤ ਦੀ ਆਲੋਚਨਾ ਸ਼ੁਰੂ ਹੋਈ, ਉਹਦੇ ਨਾਲ ਭਾਸ਼ਾ ਵਿੱਚ ਇੱਕ ਤਬਦੀਲੀ ਆਈ, ਜਿਹਨੂੰ ਅਸੀਂ ਪੜ੍ਹੇ ਲਿਖੇ ਲੋਕਾਂ ਦੀ ਭਾਸ਼ਾ, ਸਾਹਿਤਕ ਭਾਸ਼ਾ ਜਾਂ ਟਕਸਾਲੀ ਭਾਸ਼ਾ ਕਹਿੰਦੇ ਹਾਂ। ਉਸ ਭਾਸ਼ਾ ਦੇ ਸੰਬੰਧ ਵਿੱਚ ਮੈਂ ਜ਼ਿਆਦਾ ਗੱਲ ਕਰ ਰਿਹਾ। ਮੇਰੀਆਂ ਸਾਰੀਆਂ ਗੱਲਾਂ ਉੱਤੇ ਜ਼ਿਆਦਾ ਲਾਗੂ ਹੁੰਦੀਆਂ ਨੇ ਬਾਕੀ ਸਾਰੀ ਭਾਸ਼ਾ ਨਾਲੋਂ। ਉਹਦੀ ਕੀ ਲੋੜ ਪਈ ਕਿ 1956 ਦੇ ਵਿੱਚ MA ਪੰਜਾਬੀ ਸ਼ੁਰੂ ਹੋਈ। ਉਹਦੀਆਂ MA ਪੰਜਾਬੀ ਦੀਆਂ ਲੋੜਾਂ ਲਈ ਫਿਰ ਕੁਝ ਕਿਤਾਬਾਂ ਚਾਹੀਦੀਆਂ ਸੀਗੀਆਂ ਉਹਦੇ ਸਬਜੈਕਟਸ ਨੂੰ ਪੜ੍ਹਾਉਣ ਦੇ ਲਈ। ਉਦੋਂ ਫਿਰ ਥਿਓਰੈਟੀਕਲ ਲੈਵਲ 'ਤੇ ਪੰਜਾਬੀ ਕ੍ਰਿਟਿਸਿਜ਼ਮ ਜਿਹੜਾ ਆ, ਪੰਜਾਬੀ ਆਲੋਚਨਾ ਜਿਹੜੀ ਆ, ਉਹਦਾ ਕੰਮਕਾਰ ਸ਼ੁਰੂ ਹੋਇਆ, ਜਿਹਦੇ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਸਾਹਿਤਿਆਰਥ ਪੁਸਤਕ ਲਿਖੀ, 1957 ਛਪੀ। ਇਸ ਤਰ੍ਹਾਂ ਹੋਰ ਕਿਤਾਬਾਂ ਆਈਆਂ। ਸ਼ੁਰੂ ਵਿੱਚ ਜਿਹੜਾ ਇਹ ਸਾਰਾ ਕੰਮ ਕੀਤਾ, ਇਹ
ਮਾਰਕਸਵਾਦੀ ਵਿਦਵਾਨਾਂ ਨੇ ਕੀਤਾ, ਜਿਨ੍ਹਾਂ ਨੂੰ ਅਸੀਂ ਆਮ ਬੋਲਚਾਲ ਦੀ ਭਾਸ਼ਾ 'ਚ ਕਾਮਰੇਡ ਕਹਿ ਲੈਂਦੇ। ਕਾਮਰੇਡ ਦਾ ਮੀਨਿੰਗ ਅਦਰਵਾਈਜ਼ ਪੋਜ਼ਿਟਿਵ ਹੈ, ਭਰਾ, ਦੋਸਤ, ਸਾਥੀ, ਪਰ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਜਿਹੜੇ ਸੱਜਣ ਆ ਉਹਨਾਂ ਨੂੰ ਇਹ ਪਿੰਡਾਂ ਵਿੱਚ ਆਪਾਂ ਕਾਮਰੇਡ ਹੀ ਕਹਿੰਦੇ ਹਾਂ। ਉਹ ਵਿਚਾਰਧਾਰਾ ਹੈ ਮਾਰਕਸਵਾਦੀ, ਲੈਫਟਿਸਟ, ਖੱਬੇ ਪੱਖੀ, ਪਦਾਰਥਵਾਦੀ ਵਿਚਾਰਧਾਰਾ। ਤੋ ਇਹਨਾਂ ਸੱਜਣਾਂ ਨੇ ਪਹਿਲੀ ਵਾਰੀ ਪੰਜਾਬੀ ਆਲੋਚਨਾ ਦੀ ਦੁਨੀਆ ਵਿੱਚ ਕਦਮ ਰੱਖਿਆ ਔਰ ਇਹਨਾਂ ਨੇ ਹੀ ਉਸ ਨੂੰ ਸਿਧਾਂਤਕ ਤੌਰ 'ਤੇ ਅਪਣਾਇਆ। ਇਸ ਦੀਆਂ ਪੁਸਤਕਾਂ ਵੀ ਸਿਧਾਂਤਕ ਤੌਰ 'ਤੇ ਉਹਨਾਂ ਨੇ ਪਹਿਲਾਂ ਪੈਦਾ ਕੀਤੀਆਂ। ਉਹ ਇਹਨਾਂ ਸੱਜਣਾਂ ਨੇ ਜਿਹੜਾ ਕੰਮ ਕੀਤਾ ਉਹ ਇਹ ਸੀ ਕਿ ਇਹ ਪੰਜਾਬੀ ਭਾਸ਼ਾ ਦੇ ਸਿਧਾਂਤੀਕਰਨ ਲਈ ਲੋੜੀਂਦੀ ਜਿਹੜੀ ਤਕਨੀਕੀ ਸ਼ਬਦਾਵਲੀ ਹੈ ਉਹ ਪੰਜਾਬੀ ਵਿੱਚੋਂ ਨਾ ਲੈ ਕੇ ਜਾਂ ਪੰਜਾਬੀ ਦੀਆਂ ਲੋੜਾਂ ਮੁਤਾਬਕ ਨਵੀਂ ਸ਼ਬਦਾਵਲੀ ਨਾ ਬਣਾ ਕੇ ਬਹੁਤ ਸਾਰੀ ਸ਼ਬਦਾਵਲੀ ਸੰਸਕ੍ਰਿਤ ਕੋਲੋਂ ਲੈਣ ਲੱਗ ਪਏ। ਸੰਤ ਸਿੰਘ ਸੇਖੋਂ ਹੋਣਾ ਨੇ ਤਾਂ ਇੱਕ ਜਗ੍ਹਾ 'ਤੇ ਇਹ ਵੀ ਕਿਹਾ ਕਿ ਸੰਸਕ੍ਰਿਤ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਭਾਰਤੀ ਭਾਸ਼ਾਵਾਂ ਦੀਆਂ ਸਮੱਸਿਆਵਾਂ ਬਾਰੇ ਇੱਕ ਲੇਖ ਵਿੱਚ ਲਿਖਦੇ ਹਨ। ਇਹ ਭਾਸ਼ਾਵਾਂ ਸੰਸਕ੍ਰਿਤ ਵੱਲ ਮੋੜਾ ਪਾਉਣ, ਜਿਹੜੀਆਂ ਬਾਕੀ ਭਾਸ਼ਾਵਾਂ ਹਨ ਸੰਸਕ੍ਰਿਤ ਵੱਲ ਮੋੜਾ ਪਾਉਣ, ਸੰਸਕ੍ਰਿਤ ਨੂੰ ਆਧਾਰ ਬਣਾਉਣ। ਫਾਰਸੀ ਅੰਗਰੇਜ਼ੀ ਦਾ ਆਧਾਰ ਕਿਸੇ ਵੀ ਰੂਪ ਘਾਟੇ ਬੰਦਾ ਹੈ। ਜਿੰਨੀ ਛੇਤੀ ਫਾਰਸੀ ਅੰਗਰੇਜ਼ੀ ਦਾ ਰੰਗ ਲੈ ਸਕੇ ਅਤੇ ਸੰਸਕ੍ਰਿਤ ਦੀ ਪਾਹ ਚੜ੍ਹ ਸਕੇ ਓਨਾ ਹੀ ਚੰਗਾ ਹੈ। ਇਹ ਸੇਖੋਂ ਸਾਹਿਬ ਦਾ ਵਰਸ਼ਨ ਹੈ ਜਿਹੜਾ ਸੋਹਣ ਸਿੰਘ ਜੋਸ਼ ਹੋਰਾਂ ਦੀ ਕਿਤਾਬ ਦੇ ਵਿੱਚ ਸੀ। ਸੋ ਇਹਨਾਂ ਨੇ ਸੰਤ ਸਿੰਘ ਸੇਖੋਂ ਹੋਰਾਂ ਨੇ, ਕਿਉਂਕਿ ਉਹ ਪਹਿਲੇ ਸਿਧਾਂਤਕਾਰ ਸੀਗੇ ਪੰਜਾਬੀ ਆਲੋਚਨਾ ਦੇ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਹੀ ਪੰਜਾਬੀ ਆਲੋਚਨਾ ਚੱਲਦੀ ਰਹੀ ਜਦੋਂ ਤੱਕ ਆ ਕੇ ਡਾਕਟਰ ਹਰਿਭਜਨ ਸਿੰਘ ਨੇ ਇਸ ਨੂੰ ਸੰਰਚਨਾਵਾਦ ਵੱਲ ਨਹੀਂ ਮੋੜਿਆ। ਉਦੋਂ ਤੱਕ ਮਾਰਕਸਵਾਦ ਦਾ ਜ਼ੋਰ ਪੂਰੇ ਜੋਬਨ 'ਤੇ ਰਿਹਾ। ਮਾਰਕਸਵਾਦ ਦੀ ਆਮਦ ਜਿਹੜੀ ਹੈ 1935 ਦੀ ਕਾਨਫਰੰਸ ਨਾਲ ਸ਼ੁਰੂ ਹੋਈ। ਮੁਨਸ਼ੀ ਪ੍ਰੇਮ ਚੰਦ ਹੋਰਾਂ ਨੇ ਜਿਹੜਾ ਪ੍ਰੋਗਰੈਸਿਵ ਲਿਟਰੇਚਰ ਦਾ ਆਗਾਜ਼ ਕੀਤਾ ਔਰ ਇਹਦੀ ਜਿਹੜੀ ਪੰਜਾਬੀ ਦੇ ਵਿੱਚ ਥਿਓਰਾਈਜ਼ੇਸ਼ਨ ਹੈ ਉਹ ਸੰਤ ਸਿੰਘ ਸੇਖੋਂ ਤੋਂ ਆਰੰਭ ਹੋਈ ਔਰ ਸੰਤ ਸਿੰਘ ਸੇਖੋਂ ਹੋਰਾਂ ਤੋਂ ਬਾਅਦ ਇਹਦੇ ਵਿੱਚ ਇਸ ਜਿਹੜੀ ਸਿਧਾਂਤਕਾਰੀ ਆ ਜਾਂ ਮਾਰਕਸਵਾਦੀ ਲਹਿਰ ਆ ਇਹਦੇ ਵਿੱਚ ਇੱਕ ਖਾਸ ਕਿਸਮ ਦੀ ਕੁਨਬਾ ਪਰਵਰੀ ਚੱਲਦੀ ਰਹੀ ਕਿ ਉਹ ਲੋਕ ਜਿਹੜੇ ਮਾਰਕਸਵਾਦੀ ਸਿਧਾਂਤ ਨਾਲ ਸਹਿਮਤ ਹਨ ਉਹਨਾਂ ਦਾ ਹੀ ਕ੍ਰਿਟਿਸਿਜ਼ਮ ਸਲਾਹਿਆ ਜਾਵੇ ਔਰ ਉਹਨਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਪਾਰਟੀ ਨਾਲ ਪ੍ਰਤੀਬੱਧ ਹਨ, ਪਾਰਟੀ ਪ੍ਰੋਗਰਾਮ ਨੂੰ ਅੱਗੇ ਪ੍ਰੋਪੇਗੇਟ ਕਰਨ ਵਾਲੀਆਂ ਰਚਨਾਵਾਂ ਜਿਹੜੀਆਂ ਉਹਨਾਂ ਨੂੰ ਹੀ ਕ੍ਰਿਟਿਸਾਈਜ਼ ਕਰਕੇ ਅੱਗੇ ਪ੍ਰਫੁੱਲਿਤ ਕੀਤਾ ਜਾਵੇ। ਜਿਹੜੇ ਸੱਜਣ ਕਿਸੇ ਹੋਰ ਵਿਚਾਰਧਾਰਾ ਨਾਲ ਜੁੜਦੇ ਸਨ ਉਹਨਾਂ ਨੂੰ ਲਗਭਗ ਰਿਜੈਕਟ ਕਰਨਾ ਪਿੱਛੇ ਰਹਿ ਕੇ ਉਹਨਾਂ ਨੂੰ ਸਨੱਬ ਕਰ ਦਿੱਤਾ ਜਾਂਦਾ ਸੀ ਔਰ ਇਹ ਸਭ ਕੁਛ ਬਹੁਤ ਸਾਰੇ ਸੱਜਣਾਂ ਨੇ ਹੱਡੀ ਹੰਡਾਇਆ। ਇਹਦੇ ਨਾਲ ਇਹਨਾਂ ਚੀਜ਼ਾਂ ਦੇ ਪਿੱਛੇ ਕੁਝ ਅੱਜ ਕੱਲ੍ਹ ਕਿਹਾ ਜਾਂਦਾ ਵੀ ਕੁਝ ਬੰਦੇ ਜਿਹੜੇ ਆ ਮਾਰਕਸਿਸਟ ਬੰਦੇ ਉਹ ਸਟੇਟ ਦੇ ਪੇਡ ਬੰਦੇ ਸੀ, ਉਹ ਪੈਸੇ ਦੇ ਲਾਲਚ ਵਿੱਚ ਇੰਡੀਅਨ ਨੈਸ਼ਨਲਿਜ਼ਮ ਨਾਲ ਜੁੜ ਗਏ ਜਾਂ ਕੁਛ ਵੀ ਹੈ। ਸਭ ਤੋਂ ਜ਼ਿਆਦਾ ਸਿਧਾਂਤਕ ਕੰਮ ਜਿਹੜਾ ਉਹ ਸਰਦਾਰ ਅਜਮੇਰ ਸਿੰਘ ਹੋਰਾਂ ਦੀ ਕਿਤਾਬਾਂ ਵਿੱਚ ਮਿਲਦਾ ਹੈ, ਖਾਸ ਤੌਰ 'ਤੇ ਸਿਧਾਂਤਕ ਘੇਰਾਬੰਦੀ ਵਾਲੀ ਕਿਤਾਬ ਵਿੱਚ, ਕਿ ਜਿਹੜੀ ਲੈਫਟਿਸਟ ਥਿੰਕਿੰਗ ਆ ਉਹਦੀਆਂ ਕੀ ਪ੍ਰੋਬਲਮਸ ਆ। ਕੁਝ ਇੱਕ ਪ੍ਰੋਬਲਮਸ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ। ਅਸੀਂ ਇਹ ਇਲਜ਼ਾਮ ਉਹਨਾਂ 'ਤੇ ਨਾ ਲਾਉਂਦੇ ਹੋਏ ਕਿ ਉਹ ਕਿਸੇ ਇਕਨੋਮੀਕਲ ਬੈਨੀਫਿਟ ਲਈ ਉੱਧਰ ਗਏ, ਉਹਨਾਂ ਦੀ ਜਿਹੜੀ ਅਪਰੋਚ ਆ ਲਾਈਫ ਬਾਰੇ, ਜਿਹੜਾ ਉਹਨਾਂ ਦਾ ਭਾਸ਼ਾ ਦਰਸ਼ਨ ਆ ਜਾਂ ਜਿਹੜੀ ਉਹ ਫਿਲਾਸਫੀ ਨੂੰ ਮੰਨਦੇ ਆ, ਉਹਦੀਆਂ ਕੁਝ ਪ੍ਰੋਬਲਮਸ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲੀ ਗੱਲ ਇਹ ਕਿ ਜਿੰਨਾ ਵੀ ਮਾਰਕਸਿਸਟ ਲਿਟਰੇਚਰ ਅਤੇ ਮਾਰਕਸਿਸਟ ਕ੍ਰਿਟਿਸਿਜ਼ਮ ਆ ਇਹਦੇ ਵਿੱਚ ਪੱਛਮੀ ਫਲਸਫੇ ਤੋਂ ਜਿਹੜੇ ਸੰਕਲਪ ਆ ਉਹ ਉਧਾਰੇ ਲਏ ਗਏ ਆ। ਇਹਦੇ ਵਿੱਚ ਪੰਜਾਬੀ ਜਿਹੜਾ ਸੋਚਣ ਦਾ ਪ੍ਰਬੰਧ ਆ ਉਹ ਗੈਰ ਹਾਜ਼ਰ ਹੈ।
ਪੱਛਮੀ, ਕਿਉਂਕਿ ਮਾਰਕਸ ਦਾ ਡਾਇਲੋਗ ਵੀ ਪੱਛਮੀ ਵਿਚਾਰਧਾਰਾ ਨਾਲ ਹੀ ਹੈ, ਕੈਪੀਟਲਿਸਟਿਕ ਅਪਰੋਚ ਨਾਲ, ਪਰ ਉਹਦਾ ਬੇਸ ਜਿਹੜਾ ਆ ਉਹ ਹੀਗੇਲੀਅਨ ਥਿੰਕਿੰਗ ਹੈ ਔਰ ਹੀਗਲ ਦੇ ਫਲਸਫੇ 'ਤੇ ਬੇਸਡ ਹੈ। ਹੁਣ ਜਿਹੜਾ ਡੈਰੀਡਾ ਵੱਲੋਂ, ਫੂਕੋ ਵੱਲੋਂ, ਜਾਂ ਜਿਹੜੇ ਐਂਟੀ ਮੈਟਾਫਿਜ਼ੀਕਲ ਸਕੂਲ ਦੇ ਬੰਦੇ ਆ ਉਹਨਾਂ ਵੱਲੋਂ ਜਿਹੜਾ ਡਾਇਲਾਗ ਦਿੱਤਾ ਗਿਆ ਵੈਸਟਰਨ ਫਿਲਾਸਫੀ ਨੂੰ, ਉਹਦੇ ਵਿੱਚ ਕੁਝ ਗੱਲਾਂ ਉੱਭਰ ਕੇ ਇਹ ਸਾਹਮਣੇ ਆਈਆਂ ਕਿ ਵੈਸਟਰਨ ਫਿਲਾਸਫੀ ਦੀਆਂ, ਵੈਸਟਰਨ ਥਿੰਕਿੰਗ ਦੀਆਂ ਆਪਣੀਆਂ ਪ੍ਰੋਬਲਮਸ ਆ ਕਿ ਵੈਸਟਰਨ ਫਿਲਾਸਫੀ ਡੁਐਲਿਟੀਜ਼ ਵਿੱਚ ਸੋਚਦੀ ਹੈ, ਦਵੰਦ ਵਿੱਚ ਸੋਚਦੀ ਹੈ। ਉਹਨੂੰ ਹਮੇਸ਼ਾ ਹੀ ਆਪੋਜ਼ਿਟ ਬਾਈਨਰੀ ਚਾਹੀਦੀਆਂ ਨੇ, ਉਹ ਵਾਲੀਆਂ ਬਾਈਨਰੀਜ਼ ਜਿਹੜੀਆਂ ਆਪਸ ਵਿੱਚ ਆਪੋਜ਼ਿਟ ਹੋਣ, ਜਿਵੇਂ ਈਸਟ ਐਂਡ ਵੈਸਟ, ਬਲੈਕ ਐਂਡ ਵਾਈਟ। ਤੋ ਆਪੋਜ਼ਿਟ ਬਾਈਨਰੀਜ਼ ਦੇ ਵਿੱਚ ਜਿਹੜਾ ਵੈਸਟਰਨ ਸਬਜੈਕਟ ਹੈ, ਜਿਹੜਾ ਵੈਸਟ ਦਾ ਆਤਮ ਆ, ਜਾਂ ਵੈਸਟ ਦਾ ਜਿਹੜਾ ਵੈਸਟਰਨਨੈਸ ਹੈ ਜਿਹੜੀ ਉਹਦੇ ਹਿੱਤ ਨੂੰ ਪਹਿਲਾਂ ਕੰਜ਼ਰਵ ਜਾਂ ਪ੍ਰੀਜ਼ਰਵ ਕੀਤਾ ਜਾਂਦਾ, ਪਹਿਲਾਂ ਉਹਦੇ ਹਿੱਤ ਦੇ ਸੋਚਿਆ ਜਾਂਦਾ ਔਰ ਦੂਸਰੇ ਨੂੰ ਅਦਰਸ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ। ਉਹਨਾਂ ਦੇ ਲਈ ਵੈਸਟ ਉੱਤਮ ਆ ਅਤੇ ਵੈਸਟ ਦੇ ਹਿੱਤਾਂ ਦੀ ਰਾਖੀ ਕਰਨੀ ਪਹਿਲਾ ਜਿਹੜਾ ਉਹਨਾਂ ਦਾ ਸਰੋਕਾਰ ਆ, ਅਤੇ ਦੂਸਰਾ ਜਿਹੜਾ ਅਦਰ ਆ ਉਹਦਾ ਭਾਵੇਂ ਕਤਲ ਹੋ ਜਾਵੇ, ਇਹ ਉਹਨਾਂ ਦਾ ਸਰੋਕਾਰ ਨਹੀਂ ਹੈ। ਔਰ ਬਹੁਤ ਸਾਰੀ ਵੈਸਟਰਨ ਫਿਲਾਸਫੀ ਇਸ ਤਰ੍ਹਾਂ ਦੀ ਆ ਜਿਹੜੀ ਅਦਰ ਨੂੰ ਹੈਲ ਮੰਨਦੀ ਹੈ, ਅਦਰ ਇਜ਼ ਹੈਲ, ਕਿ ਦੂਸਰਾ ਤਾਂ ਨਰਕ ਹੈ, ਦੂਸਰੇ ਬਾਰੇ ਸੋਚੋ ਹੀ ਨਾ। ਤੋ ਇਹਦਾ ਜਿਹੜਾ ਆਧਾਰ ਆ ਉਹ ਹੈਗਾ ਆ ਵੈਸਟਰਨ ਇਕਨੋਮਿਕਲ ਅਤੇ ਵੈਸਟਰਨ ਪੋਲੀਟੀਕਲ ਆਸਪੈਕਟ ਜਿਹੜਾ ਉਹਦੇ ਨਾਲ ਜੁੜਿਆ ਹੋਇਆ। ਸੋ ਜਦੋਂ ਪੰਜਾਬੀ ਆਲੋਚਨਾ ਨੇ ਜਿਹੜਾ ਰੈਫਰੈਂਸ ਪੁਆਇੰਟ ਲਿਆ ਉਹੋ ਹੀ ਪੰਜਾਬ ਤੋਂ ਬਾਹਰ ਲੈ ਲਿਆ, ਤਾਂ ਉਹਦੇ ਕ੍ਰਿਟਿਸਿਜ਼ਮ ਵਿੱਚੋਂ ਪੰਜਾਬੀ ਸੈਲਫ ਮਾਈਨਸ ਹੋ ਗਿਆ। ਉਹਦੇ ਕ੍ਰਿਟਿਸਿਜ਼ਮ ਦੇ ਵਿੱਚ ਜਿਹੜਾ ਇਨਸਾਨ ਆ ਉਹ ਇਨਸਾਨ ਪੰਜਾਬੀ ਨਹੀਂ ਹੈ। ਉਸ ਇਨਸਾਨ ਦੇ ਕੁਝ ਲੱਛਣ, ਉਹਦੇ ਕੁਝ ਜਿਹੜੇ ਟ੍ਰੇਟਸ ਆ, ਐਟਰੀਬਿਊਟਸ ਆ, ਉਹ ਇਨਸਾਨਾਂ ਵਾਲੇ ਆ, ਪਰ ਉਹ ਪੰਜਾਬੀ ਵਿਅਕਤੀ ਨਹੀਂ ਆ। ਉਹਦੀ ਜਿਹੜੀ ਪਰਸਨੈਲਿਟੀ ਆ, ਪਰਸੋਨਾ ਆ, ਉਹ ਪੰਜਾਬੀ ਨਹੀਂ ਆ। ਉਹ ਯੂਨੀਵਰਸਲ ਤੌਰ 'ਤੇ ਹਿਊਮਨ ਕਿਹਾ ਜਾਏਗਾ, ਪਰ ਉਹ ਪੰਜਾਬੀ ਨਹੀਂ ਰਹਿੰਦਾ। ਉਹਦੇ ਵਿੱਚ ਪੰਜਾਬ ਦਾ ਇਤਿਹਾਸ, ਪੰਜਾਬ ਦਾ ਜਿਹੜਾ ਜੇਤੂ ਇੱਥੋਂ ਦਾ ਸਪਿਰਿਚੁਅਲ ਸੱਚ ਆ, ਉਹ ਨਹੀਂ ਹੈਗਾ ਉਹਦੇ ਵਿੱਚ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਪੰਜਾਬੀ ਸੈਲਫ ਆ ਉਹਨੂੰ ਸੈਕੂਲਰਾਈਜ਼ ਕੀਤਾ ਜਾਏ। ਇੱਕ ਇੱਥੇ ਮੈਂ ਹੋਰ ਵਰਣਨ ਕਰਨਾ ਚਾਹੁੰਦਾ ਕਿ ਪੰਜਾਬੀ ਸੈਲਫ ਦਾ ਜਿਹੜੀ ਇਸ ਤਰ੍ਹਾਂ ਦੀ ਰੂਪਾਂਤਰਣ ਕਿੰਨੇ ਹੋ ਚੁੱਕੇ ਆ। ਅੰਗਰੇਜ਼ਾਂ ਨੇ ਸਾਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਵੈਸਟਰਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਮਾਡਰਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਯੂਰਪਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਸਕਾਲਰ ਜਿਹੜੇ ਜਦੋਂ ਜੰਮੇ, ਇਹਨਾਂ ਨੇ ਸਾਨੂੰ ਸੈਕੂਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਇੰਡੀਅਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਜ਼ਿਆਦਾ ਸਾਡੀ ਜਿਹੜਾ ਰੂਪਾਂਤਰਨ ਹੋਇਆ ਕਿ ਸਾਡੇ ਵਿੱਚੋਂ ਜਿਹੜਾ ਪੰਜਾਬੀ ਪੁਣਾ ਆ, ਜਾਂ ਜਿਹੜਾ ਸਾਡਾ ਅਸਲ ਜਿਹੜਾ ਮਾਦਾ ਸੀਗਾ, ਉਹ ਇੱਕ ਧੁੰਦਲਕੇ ਦੇ ਵਿੱਚ ਚਲਾ ਗਿਆ। ਔਰ ਇਸ ਸਾਰੀ ਪ੍ਰਕਿਰਿਆ ਦੇ ਨਾਲ ਜਿਹੜਾ ਆਲੋਚਨਾਤਮਕ ਪ੍ਰਵਾਹ ਚੱਲ ਰਿਹਾ ਸੀਗਾ, ਆਲੋਚਨਾ ਦੀਆਂ ਵਿਧੀਆਂ 'ਤੇ ਪ੍ਰਭਾਵਿਤ ਹੋਈਆਂ ਹੀ, ਸਿਰਜਣਾਤਮਕ ਚੀਜ਼ਾਂ ਵੀ ਪ੍ਰਭਾਵਿਤ ਹੋ ਗਈਆਂ। ਸਿਰਜਣਾਤਮਕ ਫੈਕਲਟੀ ਜਿਹੜੀ ਆ ਉਹ ਹਮੇਸ਼ਾ ਹੀ ਰੈਕੋਗਨੀਸ਼ਨ ਵਾਲੇ ਪਾਸੇ ਕਿਤੇ ਨਾ ਕਿਤੇ ਉਹ ਝਾਕਦੀ ਰਹੀ, ਅਤੇ ਆਪਣੀ ਰੈਕੋਗਨੀਸ਼ਨ ਲਈ ਇਹ ਵਾਲੀਆਂ ਕਨਸੈਪਸ਼ਨਸ ਜਿਹੜੀਆਂ ਉਹਨੂੰ ਆਪਣੀ ਸਿਰਜਣਾ ਦੇ ਵਿੱਚ ਸਮੁੰਦੀ ਰਹੀ, ਜਿਹਦਾ ਕਰਕੇ ਪੰਜਾਬੀ ਲਿਟਰੇਚਰ ਵਿੱਚੋਂ ਪੰਜਾਬੀ ਬੰਦਾ ਗੈਰ ਹਾਜ਼ਰ ਹੋਣਾ ਸ਼ੁਰੂ ਹੋ ਗਿਆ। ਪੰਜਾਬੀ ਕਰੈਕਟਰ ਹੀ ਮਾਈਨਸ ਹੋ ਗਿਆ ਪੰਜਾਬੀ ਸਾਹਿਤ ਵਿੱਚੋਂ। ਜਿਹੜਾ ਹੁਣ ਦਾ ਪੰਜਾਬੀ ਸਾਹਿਤ ਆ, ਖਾਸ ਤੌਰ 'ਤੇ ਜਿਹੜਾ ਹੁਣ ਦਾ ਪੰਜਾਬੀ ਗੀਤ ਆ, ਪੋਇਟਰੀ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ, ਜਿਹੜਾ TV 'ਤੇ ਪੰਜਾਬੀ ਗੀਤ ਪੇਸ਼ ਹੋ ਰਿਹਾ, ਜਿਹੜੇ ਗੀਤਕਾਰ ਉਹ ਸੱਜਣ ਉਹ ਗੀਤ ਲਿਖ ਰਹੇ ਨੇ, ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜਾ ਤੁਹਾਡੀ ਪੋਇਟਰੀ ਦੇ ਵਿੱਚ ਇਹ ਪੰਜਾਬੀ ਬੰਦਾ ਜਾਂ ਨੌਜਵਾਨ ਤੁਸੀਂ ਪੇਸ਼ ਕਰ ਰਹੇ ਹੋ, ਇਹਦੇ ਵਿੱਚ ਕਿਹੜੀ ਚੀਜ਼ ਪੰਜਾਬੀ ਹੈ,
ਉਹਦੀਆਂ ਕੋਈ ਵੈਲਿਊਜ਼ ਪੰਜਾਬੀ ਨਹੀਂ। ਪਿੰਡ ਦੀ ਧੀ ਬਾਰੇ ਉਹਦੀ ਜਿਹੜੀ ਕਨਸੈਪਸ਼ਨ ਹੈ ਉਹ ਪੰਜਾਬੀ ਨਹੀਂ। ਰਿਸ਼ਤਿਆਂ ਬਾਰੇ ਉਹਦੀ ਕਨਸੈਪਸ਼ਨ ਪੰਜਾਬੀ ਨਹੀਂ। ਪੈਸੇ ਬਾਰੇ ਉਹਦੀ ਕਨਸੈਪਸ਼ਨ ਪੰਜਾਬੀ ਨਹੀਂ। ਆਪਣੀ ਧਰਤੀ ਬਾਰੇ ਉਹਦੀ ਕਨਸੈਪਸ਼ਨ ਪੰਜਾਬੀ ਨਹੀਂ। ਫੈਸ਼ਨ ਬਾਰੇ, ਹੋਰ ਮਟੀਰੀਅਲ ਚੀਜ਼ਾਂ ਬਾਰੇ ਉਹਦੀ ਕਨਸੈਪਸ਼ਨ ਪੰਜਾਬੀ ਨਹੀਂ, ਜਿਹੜਾ ਬੰਦਾ ਪੰਜਾਬੀ ਗੀਤਾਂ ਵਿੱਚ ਪੇਸ਼ ਹੋ ਰਿਹਾ। ਔਰਤ ਦੀ ਜੋ ਕਨਸੈਪਸ਼ਨ ਪੰਜਾਬੀ ਬੰਦੇ ਕੋਲ ਸੀ, ਪੁਰਾਣੇ ਬੰਦੇ ਕੋਲ, ਹੁਣ ਦੇ ਗੀਤਾਂ ਵਿੱਚ ਚੱਲ ਰਹੇ ਜਿਹੜੇ ਗੀਤ ਆ ਉਹਦੇ ਵਿੱਚ ਜਿਹੜੇ ਔਰਤ ਮਰਦ ਸੰਬੰਧ ਆ, ਜਾਂ ਜਿਹੜੇ ਹੁਣ ਦਾ ਬੰਦਾ ਜਦੋਂ ਕਿਸੇ ਔਰਤ ਨੂੰ ਸੰਬੋਧਨ ਕਰ ਰਿਹਾ ਗੀਤ ਦੇ ਵਿੱਚ, ਉਹਦੇ ਵਿੱਚੋਂ ਪੰਜਾਬੀ ਪੁਣਾ ਖਤਮ ਹੋ ਗਿਆ। ਇਹਦੀ ਵਜ੍ਹਾ ਸਾਡਾ ਜਿਹੜਾ ਮਾਰਕਸਿਸਟ ਪੰਜਾਬੀ ਕ੍ਰਿਟਿਸਿਜ਼ਮ ਆ ਉਹ ਆ, ਕਿਉਂਕਿ ਉਹਨਾਂ ਨੇ ਸ਼ੁਰੂ ਦੇ ਵਿੱਚ ਪੰਜਾਬੀ ਸੋਰਸਿਸ ਨੂੰ ਡਿਵੈਲਪ ਕਰਨ ਦੀ ਬਜਾਏ ਜਾਂ ਪੰਜਾਬੀ ਸੋਰਸਿਸ ਉੱਪਰ ਰਿਲਾਈ ਕਰਨ ਦੀ ਬਜਾਏ ਉਹਨਾਂ ਨੇ ਰੈਫਰੈਂਸ ਪੁਆਇੰਟ ਪੰਜਾਬ ਤੋਂ ਬਾਹਰ ਲੱਭ ਲਿਆ। ਪਹਿਲਾ ਤਾਂ ਮਾਰਕਸ ਆ, ਮਾਰਕਸਿਸਟ ਫਲਸਫਾ ਆ। ਦੂਜੇ ਜਿਹੜੇ ਵੈਸਟਰਨ ਫਲਸਫੇ ਦੇ ਕਨਸੈਪਸ਼ਨਸ ਆ। ਵੈਸਟ ਤੁਹਾਡਾ ਭਲਾ ਕਿਉਂ ਕਰੇਗਾ ਭਾਈ? ਦੂਸਰੀ ਚੀਜ਼ ਜਿਹੜੀ ਭਾਸ਼ਾ ਦੇ ਵਿੱਚ ਹੁੰਦੀ ਹੈ ਰੀਪ੍ਰੈਜ਼ੈਂਟੇਸ਼ਨ, ਪ੍ਰਤੀਨਿਧਤਵ ਹੁੰਦਾ। ਹਰ ਇੱਕ ਭਾਸ਼ਾ ਆਪਣੇ ਆਪ ਨੂੰ, ਆਪਣੇ ਬੰਦੇ ਦੇ ਸੈਲਫ ਨੂੰ ਪ੍ਰਤੀਨਿਧਤਵ ਦਿੰਦੀ ਹੈ। ਸਾਡੀ ਭਾਸ਼ਾ, ਜਦੋਂ ਮੈਂ ਬੋਲ ਰਿਹਾ ਮੈਂ ਆਪਣੇ ਆਪ ਨੂੰ ਪ੍ਰਤੀਨਿਧਤਵ ਦੇ ਰਿਹਾ ਆਪਣੀ ਭਾਸ਼ਾ ਰਾਹੀਂ। ਮੇਰੀ ਭਾਸ਼ਾ ਮੈਨੂੰ ਰਿਪਰੈਜ਼ੈਂਟ ਕਰ ਰਹੀ ਹੈ ਮੈਂ ਕੌਣ ਹਾਂ। ਭਾਸ਼ਾ ਕਈ ਤਰ੍ਹਾਂ ਦੀ ਹੁੰਦੀ ਹੈ। ਬੋਲਾਂ ਦੀ ਵੀ ਭਾਸ਼ਾ ਆ, ਬੋਡੀ ਦੀ ਵੀ ਭਾਸ਼ਾ ਆ, ਪੈਨ ਦੀ ਵੀ ਭਾਸ਼ਾ ਹੁੰਦੀ, ਕਾਗਜ਼ ਦੀ ਵੀ ਭਾਸ਼ਾ ਹੁੰਦੀ, ਕਲਾਸ਼ਨੀਕੋਵ ਦੀ ਵੀ ਭਾਸ਼ਾ ਹੁੰਦੀ। ਕਈਆਂ ਨੂੰ ਉਹੀ ਸੁਣਦੀ, ਫਿਰ ਉਹੀ ਸੁਣਾਉਂਦੇ ਅਗਲੇ, ਜਿਨ੍ਹਾਂ ਨੂੰ ਉਹ ਚਾਹੀਦੀ ਹੋਵੇ ਫਿਰ ਅਗਲੇ ਉਹੀ ਸੁਣਾਉਂਦੇ ਨਾ। ਸੋ ਹਰ ਚੀਜ਼ ਜਿਹੜੀ ਆ, ਹਰ ਭਾਸ਼ਾ ਜਿਹੜੀ ਆ ਉਹ ਕਿਸੇ ਨਾ ਕਿਸੇ ਚੀਜ਼ ਨੂੰ ਪ੍ਰਤੀਨਿਧਤਵ ਦੇ ਰਹੀ ਆ। ਅਤੇ ਜਿਹੜੀ ਵੈਸਟਰਨ ਫਿਲਾਸਫੀ ਆ ਉਹ ਵੈਸਟ ਦਾ ਪ੍ਰਤੀਨਿਧਤਵ ਕਰਦੀ ਹੈ, ਵੈਸਟਰਨ ਸੈਲਫ ਦਾ ਪ੍ਰਤੀਨਿਧਤਵ ਕਰਦੀ ਹੈ। ਜਿਹੜੀ ਪੰਜਾਬੀ ਫਿਲਾਸਫੀ ਆ ਉਹ ਪੰਜਾਬੀ ਬੰਦੇ ਦਾ ਪ੍ਰਤੀਨਿਧਤਵ ਕਰੇਗੀ। ਹਰ, ਜਿਵੇਂ ਆ ਸਾਰੇ ਸੱਜਣ ਦੱਸ ਰਹੇ, ਤੋ ਹਰ ਭਾਸ਼ਾ ਆਪਣੇ ਬਸ਼ਿੰਦਿਆਂ ਦਾ, ਆਪਣੇ ਬੋਲਣ ਵਾਲਿਆਂ ਦਾ ਪ੍ਰਤੀਨਿਧਤਵ ਕਰਦੀ ਹੈ। ਅਤੇ ਜਿਹੜੇ ਪਲੇਟਫਾਰਮ 'ਤੇ ਜ਼ੋਰਾਵਰਾਂ ਦਾ ਪ੍ਰਤੀਨਿਧਤਵ ਹੋ ਰਿਹਾ ਹੋਵੇ ਉੱਥੇ ਹਮਾਤਣਾ ਨੂੰ ਹਾਸ਼ੀਆਗ੍ਰਸਤ ਕਰ ਦਿੱਤਾ ਜਾਂਦਾ। ਹਮਾਤਣਾ ਦੀ ਉੱਥੇ ਕੋਈ ਵੈਲਿਊ ਨਹੀਂ, ਸਭ ਕੋਨੇ 'ਤੇ ਲੱਗੇ ਹੁੰਦੇ। ਸੋ ਪਹਿਲਾਂ ਅੰਗਰੇਜ਼ੀ ਜ਼ੋਰਾਵਰਾਂ ਦੀ ਭਾਸ਼ਾ ਸੀ, ਉਸ ਤੋਂ ਪਹਿਲਾਂ ਸੰਸਕ੍ਰਿਤ ਜ਼ੋਰਾਵਰਾਂ ਦੀ ਭਾਸ਼ਾ ਸੀ, ਫਿਰ ਅੰਗਰੇਜ਼ੀ ਜ਼ੋਰਾਵਰਾਂ ਦੀ ਭਾਸ਼ਾ ਹੋ ਗਈ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਣ ਲੱਗ ਗਈ ਉਹਦੇ ਵਿੱਚ। ਫਿਰ ਭਾਰਤ ਆਜ਼ਾਦ ਹੋ ਗਿਆ ਅਤੇ ਫਿਰ ਜਿਨ੍ਹਾਂ ਦੀ ਨੈਸ਼ਨਲਿਸਟਾਂ ਦੀ ਪ੍ਰਤੀਨਿਧਤਾ ਕਰਨੀ ਸੀ ਉਹਨਾਂ ਦੇ ਨਾਲ ਰਲ ਕੇ ਸਾਡੇ ਕੋਈ ਸੱਜਣਾ ਨੇ ਪੰਜਾਬੀ ਦੀ ਪ੍ਰਤੀਨਿਧਤਾ ਕਰਨਾ ਤਿਆਗ ਦਿੱਤਾ ਅਤੇ ਆਪਣਾ ਰਾਹ ਜਿਹੜਾ ਉਹ ਇੰਡੀਅਨ ਨੈਸ਼ਨਲਿਜ਼ਮ ਵੱਲ ਨੂੰ ਕਰ ਲਿਆ। ਇਹਦੇ ਕਾਰਨ ਜਿਹੜੇ ਆ ਉਹ ਮਾਰਕਸਿਸਟ ਫਲਸਫੇ ਵਿੱਚ ਕਿਵੇਂ ਪਏ ਹੋਏ। ਗਾਇਤਰੀ ਚੱਕਰਵਰਤੀ ਸਪੀਵਕ, ਜਿਹਨੇ ਦੈਰਿਦਾ ਨੂੰ ਟਰਾਂਸਲੇਟ ਕੀਤਾ ਸਾਡੇ ਲਈ, ਉਹ ਲਿਖਦੀ ਆ ਕਿ ਮਾਰਕਸ ਜਿਹੜਾ ਆ ਉਹ ਵੀ ਸਬਜੈਕਟ ਨੂੰ ਨਿਆਂ ਨਹੀਂ ਦੇ ਸਕਿਆ। ਸਬਜੈਕਟ ਦੇ ਜਿਹੜੇ ਇੰਟਰਸਟਸ ਆ ਉਹਨਾਂ ਬਾਰੇ ਉਹਦੀ ਨਿਆਂਪੂਰਨ ਅਪਰੋਚ ਨਹੀਂ ਆ। ਉਹ ਕੀ ਲਿਖਦੀ ਆ? ਮਾਈ ਪੁਆਇੰਟ ਇਜ਼ ਦੈਟ ਮਾਰਕਸ ਇਜ਼ ਨਾਟ ਵਰਕਿੰਗ ਟੂ ਕ੍ਰੀਏਟ ਐਨ undivided subject where desire and interest coincide. Class consciousness does not operate toward that goal. Both in the economic area, capitalist, and in the political world, historical age, and Marx is obliged to construct models of a divided and dislocated subject whose parts are not continuous or coherent with each other. ਜਿਹੜਾ ਮਾਰਕਸ ਜਿਸ ਬੰਦੇ ਦੀ ਕਨਸੈਪਸ਼ਨ ਦੇ ਰਿਹਾ ਆਪਣੀ ਫਿਲਾਸਫੀ ਵਿੱਚ, ਉਹਦੇ ਵਿੱਚ ਹੀ ਇੰਨਾ ਵੱਡਾ ਨੁਕਸ ਹੈ ਕਿ ਉਹਦੇ ਵਿੱਚ ਹੀ ਜਿਹੜੀ ਉਹਦੀ ਡਿਜ਼ਾਇਰ ਆ, ਉਹਦਾ ਜਿਹੜਾ ਸਬਜੈਕਟ ਆ, ਉਹ ਦੋਵੇਂ ਇਕੱਠੇ ਨਹੀਂ ਹੈ। ਕਿਸੇ ਇਹ ਫਿਲਾਸਫੀ ਦਾ ਕੁਐਸਚਨ ਹੈ ਕਿਉਂਕਿ ਇਹਦੀ ਡਿਸਕਸ਼ਨ ਫਿਰ ਹੋਰ ਡਾਇਵਰਸ਼ਨ ਵੱਲ ਲੈ ਜਾਏਗੀ। ਮੈਂ ਸਿਰਫ ਇੰਨਾ ਕਹਿ ਰਿਹਾ ਕਿ ਮਾਰਕਸਿਸਟ ਫਲਸਫੇ ਦੇ ਵਿੱਚ ਵੀ ਬਹੁਤ ਸਾਰੇ ਨੁਕਸ ਸੀਗੇ ਜਿਹੜੇ ਦੈਰਿਦਾ ਤੋਂ ਪਹਿਲਾਂ ਅਨਕੁਐਸਚਨਡ ਸੀਗੇ। ਉਹਨੇ ਜਿਹੜੀ ਕਿਤਾਬ ਲਿਖੀ ਦੈਰਿਦਾ ਨੇ, ਜਿਹੜੀ ਮਾਰਕਸ ਦੇ ਭੂਤ, ਜਿਹਨੂੰ ਟਰਾਂਸਲੇਟ ਕੀਤਾ ਆਪਣੇ ਡਾਕਟਰ ਗੁਰਭਗਤ ਸਿੰਘ ਹੋਰਾਂ ਨੇ, ਕਿ ਮਾਰਕਸ ਦਾ ਦੁਨੀਆ ਦੇ ਫਲਸਫੇ 'ਤੇ ਕਿੰਝ ਅਸਰ ਪਿਆ
ਔਰ ਕ੍ਰਿਟੀਕਲ ਥਿਊਰੀ ਦੇ ਵਿੱਚ ਜਿਹੜਾ ਮਾਰਕਸ ਹੈ ਉਹਦਾ ਫਰਾਇਡ ਦੇ ਨਾਲ ਮੈਰਿਜ ਆਫ ਮਾਰਕਸ ਐਂਡ ਫਰਾਇਡ ਕਰਕੇ ਜਿਹੜੀ ਥਿਊਰੀ ਡਿਵੈਲਪ ਕੀਤੀ ਗਈ, ਜਿਹੜੀ ਮਨੋ ਆਰਥਿਕ ਸਾਈਕੋਲੋਜੀਕਲ ਐਂਡ ਇਕਨੋਮਿਕਲ ਥਿਊਰੀ ਆ, ਉਹਨੇ ਫਿਰ ਅੱਗੋਂ ਲਿਟਰੇਚਰ ਨੂੰ ਪ੍ਰਭਾਵਿਤ ਕੀਤਾ। ਸਾਡੇ ਲਿਟਰੇਚਰ ਲਿਖਣ ਵਾਲੇ ਬੰਦਿਆਂ ਨੇ ਉਸ ਕ੍ਰਿਟਿਸਿਜ਼ਮ ਦੀਆਂ ਨਜ਼ਰਾਂ ਵਿੱਚ ਪ੍ਰਵਾਨਿਤ ਹੋਣ ਲਈ ਆਪਣੀ ਜਿਹੜੀ ਭਾਸ਼ਾ ਆ ਉਸ ਤਰ੍ਹਾਂ ਦੀ ਬਣਾ ਲਈ, ਜਿਹਨੂੰ ਸੇਖੋਂ ਸਾਹਿਬ ਕਹਿ ਰਹੇ ਸੀ ਵੀ ਪੰਜਾਬੀ ਜਿਹੜੀ ਅੰਗਰੇਜ਼ੀ ਅਤੇ ਫਾਰਸੀ ਉਹਨਾਂ ਨਾਲੋਂ ਨਾਤਾ ਤੋੜ ਕੇ ਜਾਂ ਪੰਜਾਬੀ ਭਾਸ਼ਾ ਨੂੰ ਉਹਦੇ ਨਾਲ ਨਾਤਾ ਤੋੜ ਕੇ ਆਪਣਾ ਮੁਹਾਨ ਸੰਸਕ੍ਰਿਤ ਵੱਲ ਕਰਨਾ ਚਾਹੀਦਾ। ਤਾਂ ਸੰਸਕ੍ਰਿਤਾਈਜੇਸ਼ਨ ਹੋ ਗਈ। ਤਾਂ ਇੰਨੀਆਂ ਚੀਜ਼ਾਂ ਤਬਦੀਲੀਆਂ ਪੰਜਾਬੀ ਸੈਲਫ ਨਾਲ ਹੋਈ ਜਾ ਰਹੀਆਂ ਸਨ। ਇਹੀ ਵਰਸ਼ਨ ਜਿਹੜਾ ਮੈਕੌਲੇ ਦਾ ਸੀਗਾ, ਜਿਹੜਾ ਉਹ ਵੀ ਮੈਂ ਤੁਹਾਨੂੰ ਕੋਟ ਕਰਨਾ ਚਾਹੁੰਦਾ। ਵੈਸੇ ਤਾਂ ਜਿਹੜੇ ਸਿਆਣੇ ਬੰਦੇ ਉਹਨਾਂ ਨੇ ਸਾਰਿਆਂ ਨੇ ਇਹ ਵੱਡੀ ਉਮਰ ਵਾਲਿਆਂ ਨੇ ਸਾਰਿਆਂ ਨੇ ਇਹ ਪੜ੍ਹਿਆ ਅਤੇ ਸੁਣਿਆ ਹੋਇਆ, ਕਿਉਂਕਿ ਇਹ ਜ਼ਿਆਦਾ ਵਾਰੀ ਕੋਟ ਕੀਤਾ ਗਿਆ। ਫਿਰ ਵੀ ਮੈਂ ਮੈਕੌਲੇ ਦੇ ਸ਼ਬਦ ਦੁਹਰਾਉਣੇ ਚਾਹਾਂਗਾ, ਜਿਹੜੇ ਕਿ ਸਾਨੂੰ ਸੇਖੋਂ ਸਾਹਿਬ ਵੀ ਸਾਡੇ ਸਾਹਮਣੇ ਦੁਹਰਾ ਰਹੇ। ਮੈਕੌਲੇ ਕਹਿੰਦਾ 1835 ਵਿੱਚ ਉਹਦੀ ਸਪੀਚ ਆ, ਵੀ ਮਸਟ ਐਟ ਪ੍ਰੈਜ਼ੈਂਟ ਡੂ ਆਰ ਬੈਸਟ ਟੂ ਫਾਰਮ ਏ ਕਲਾਸ who may be interpreters between us and millions whom we govern. A class of persons Indian in blood and color but English in taste, in opinions, in morals and in intellect. ਜਿਹੜੇ ਬੰਦਿਆਂ ਦਾ ਉਹਨਾਂ ਦੀ ਮੋਰੈਲਿਟੀ, ਉਹਨਾਂ ਦਾ ਟੇਸਟ, ਉਹਨਾਂ ਦਾ ਇੰਟਲੈਕਟ ਵੈਸਟਰਨ ਹੋਏਗਾ, ਇੰਗਲਿਸ਼ ਹੋਏਗਾ, ਉਹਨਾਂ ਦਾ ਸਿਰਫ ਬਲੱਡ ਅਤੇ ਕਲਰ ਜਿਹੜਾ ਉਹ ਇੰਡੀਅਨ ਹੋਏਗਾ। ਅੰਦਰੋਂ ਜਿਵੇਂ ਇਹ ਕਹਿ ਰਹੇ ਸੀ ਕਿ ਪਾਤਰ ਸਾਹਿਬ ਕਿ ਬ੍ਰਾਹਮਨਾਈਜੇਸ਼ਨ ਹੋ ਗਈ ਸਾਡੀ, ਉਹ ਉਹਨਾਂ ਦੀ ਵੈਸਟਰਨਾਈਜੇਸ਼ਨ ਕਰ ਰਹੇ ਸਨ। ਜਿਹੜੇ ਬਾਹਰੋਂ ਵੇਖਣ ਨੂੰ ਇਸ ਤਰ੍ਹਾਂ ਦੇ ਲੱਗਦੇ ਸਨ ਜਿਹੜੇ ਇੰਡੀਅਨ ਹੈ, ਪਰ ਉਹ ਇੰਡੀਅਨ ਨਹੀਂ ਸਨ। ਤਾਂ ਉਹ ਕੀ ਕਰਨਗੇ ਬੰਦੇ? To that class, those dialects with terms of science borrowed from the Western nomenclature. Western nomenclature ਤੋਂ ਤਕਨੀਕੀ ਸ਼ਬਦਾਵਲੀ ਲੈ ਕੇ ਜਿਹੜੀਆਂ ਸਾਡੀਆਂ ਜਿਨ੍ਹਾਂ ਨੂੰ ਬੋਲੜੀਆਂ ਲਿਖਿਆ ਗਿਆ, ਬਹੁਤ ਖੂਬਸੂਰਤ ਸ਼ਬਦ ਮੈਂ ਵਧਾਈ ਦਿੰਦਾ ਵੀਰ ਹੋਰਾਂ ਨੂੰ ਜਿਨ੍ਹਾਂ ਨੇ ਬੋਲੜੀਆਂ ਸ਼ਬਦ ਡਾਇਲੈਕਟਸ ਲਈ ਵਰਤਿਆ, ਉਹ ਬੋਲੜੀਆਂ ਨੂੰ ਰਿਫਾਈਨ ਕਰਨਗੇ ਔਰ ਉਹਨਾਂ ਦੇ ਵਿੱਚ ਜਿਹੜੀ ਸਾਇੰਸ ਆ, ਸਾਇੰਸ ਦੀਆਂ ਟਰਮਸ ਜਿੰਨੀਆਂ ਵੀ ਆ ਉਹ ਵੈਸਟਰਨ ਨੋਮੀਕਲੇਚਰ ਤੋਂ ਲੈਣਗੇ। ਵਿਗਿਆਨ ਦੀ ਗੱਲ ਸਰਵਰ ਕੀਤੀ ਸੀ, ਤਾਂ ਜਿੰਨੀਆਂ ਵੀ ਵਿਗਿਆਨ ਦੀਆਂ ਮੈਡੀਕਲ ਦੀਆਂ ਦਵਾਈਆਂ ਵਾ, ਹੈਰਾਨੀ ਦੀ ਗੱਲ ਇਹ ਹੈ ਵੀ ਜੇ ਕਿਸੇ ਬੰਦੇ ਨੇ ਕੋਈ ਦਵਾਈ ਦੀ ਖੋਜ ਕੀਤੀ, ਉਹ ਬੰਦੇ ਦੇ ਨਾਂ 'ਤੇ ਦਵਾਈ ਦਾ ਨਾਂ ਰੱਖ ਦਿੰਦੇ। ਜਿਹੜੇ ਸ਼ਹਿਰ 'ਚੋਂ ਖੋਜ ਹੋਈ ਹੋਵੇ ਉਹ ਸ਼ਹਿਰ ਦੇ ਨਾਂ 'ਤੇ ਉਹ ਚੀਜ਼ ਦਾ ਨਾਂ ਰੱਖ ਦਿੰਦੇ। ਹੁਣ ਉਹਨਾਂ ਦੇ ਸ਼ਹਿਰਾਂ ਦੇ ਨਾਂ, ਉਹਨਾਂ ਦੇ ਬੰਦਿਆਂ ਦੇ ਨਾਂ ਅਸੀਂ ਪੰਜਾਬੀ ਵਿੱਚ ਉਵੇਂ ਅਡੋਪਟ ਕਰੀ ਜਾਂਦੇ, ਜਦ ਕਿ ਜਿਹੜੀ ਇਹ ਨੇਮਿੰਗ ਹੈ, ਨੇਮਿੰਗ ਜਿਹੜੀ ਹੈ ਕਿੰਨੀ ਵੱਡੀ ਚੀਜ਼ ਆ। ਔਰ ਜਿਹੜੀਆਂ ਟਰਮਸ ਆ ਸਾਇੰਸ ਦੀਆਂ, ਉਹਨਾਂ ਟਰਮਸ ਦੇ ਲਈ ਅਸੀਂ ਮਤਲਬ ਕੋਈ ਹਾਲੇ ਤੱਕ ਸੋਚਿਆ ਨਹੀਂ ਕਿ ਸਾਡੇ ਕੋਲ ਜਿਹੜੇ ਕੋਸ਼ ਵਿਗਿਆਨੀ ਆ, ਇਹ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਿਵੇਂ ਡੀਲ ਕਰਨ, ਹਾਲੇ ਇਸ ਤਰ੍ਹਾਂ ਸਾਡੇ ਕੋਲ ਕੋਈ ਸਿਧਾਂਤਬੱਧ ਕੰਮ ਹੈ ਨਹੀਂ। ਸੋ ਇਹਨਾਂ ਨੇ ਜਿਹੜੀਆਂ ਸਾਡੀਆਂ ਇਹ ਭਾਸ਼ਾ ਸੀਗੀਆਂ ਉਹਨੂੰ ਬਦਲਣ ਲਈ, ਤਬਦੀਲ ਕਰਨ ਲਈ ਇੱਕ ਸਿਧਾਂਤਬੱਧ ਯਤਨ ਕੀਤਾ, ਜਿਹੜਾ ਮੈਕੌਲੇ ਤੋਂ ਸ਼ੁਰੂ ਹੋਇਆ। ਉਹਨੂੰ ਹੀ ਫੋਲੋ ਕਰ ਰਹੇ ਸਨ ਸੰਤ ਸਿੰਘ ਸੇਖੋਂ ਜੀ। ਸੰਤ ਸਿੰਘ ਸੇਖੋਂ ਜੀ ਦੇ ਨਾਲ ਨਾਲ ਗੁਰਬਚਨ ਸਿੰਘ ਤਾਲਬ ਜੀ, ਔਰ ਇਸੇ ਦੇ ਨਾਲ ਹੀ ਸਾਡੇ ਸਨ ਡਾਕਟਰ ਹਰਭਜਨ ਸਿੰਘ ਦਿੱਲੀਵਾਲ। ਤੋ ਇਹ ਤਿੰਨ ਬੰਦੇ ਸਨ ਜਿਨ੍ਹਾਂ ਨੇ ਸਿਧਾਂਤਕ ਕੰਮ ਕੀਤਾ, ਬੜਾ ਜ਼ਬਰਦਸਤ ਕੰਮ ਕੀਤਾ। ਔਰ ਇਹਨਾਂ ਬੰਦਿਆਂ ਨੇ ਹੀ ਪੰਜਾਬੀ ਆਲੋਚਨਾ ਦੇ ਵਿੱਚੋਂ ਜਿਹੜੇ ਸ਼ਬਦ ਸਨ ਉਹ ਪੰਜਾਬੀ ਮੱਸ ਵਾਲੇ ਹਟਾ ਕੇ ਸੰਸਕ੍ਰਿਤ ਵਾਲੇ, ਓਰੀਜਨਲ ਸੰਸਕ੍ਰਿਤ ਵਾਲੇ ਹੀ ਵਾੜ ਦਿੱਤੇ। ਅਜੇ ਵੀ ਇਹਨਾਂ ਦੀਆਂ ਰਚਨਾਵਾਂ ਵਿੱਚੋਂ ਉਹ ਲੱਭੇ ਜਾ ਸਕਦੇ। ਇਹਦੇ ਨਾਲ ਕੀ ਹੋਇਆ ਕਿ ਪੰਜਾਬੀ ਸੈਲਫ ਸੁੰਗੜ ਗਿਆ, ਜਿਹੜਾ ਪੰਜਾਬੀ ਸਬਜੈਕਟ ਆ ਉਹ ਸੁੰਗੜ ਗਿਆ। ਇਸ ਕਰਕੇ ਇਸ ਪ੍ਰੋਸੈਸ ਵਿੱਚੋਂ ਪੰਜਾਬੀ ਸਿੱਖਣ ਵਾਲੇ ਬੰਦੇ, ਇਸ ਪ੍ਰੋਸੈਸ ਵਿੱਚ ਪੰਜਾਬੀ ਪੜ੍ਹਨ ਵਾਲੇ ਬੰਦੇ, ਉਹਨਾਂ ਦਾ ਵਿਜ਼ਨ ਬਲਰਡ ਹੋ ਗਿਆ। ਉਹਨਾਂ ਦਾ ਵਿਜ਼ਨ ਜਿਹੜਾ ਆ ਉਹ ਕਲੀਅਰ ਨਹੀਂ ਰਿਹਾ, ਕਿਉਂਕਿ ਇਸ ਸੰਸਾਰ ਨਾਲ ਜਿਹੜਾ ਉਹਨਾਂ ਦਾ ਰਿਸ਼ਤਾ ਆ ਉਹ ਕਿਸੇ ਬਗਾਨੀ ਧਰਤੀ ਦੇ ਸੱਚ ਤੋਂ ਰੈਫਰੈਂਸ ਪੁਆਇੰਟ ਲੈ ਕੇ ਹੋ ਰਿਹਾ। ਇਸ ਸੰਸਾਰ ਨੂੰ ਉਹ ਸੈਕੂਲਰਿਜ਼ਮ ਦੀ ਐਨਕ ਥਾਣੀ ਦੇਖਦੇ ਨੇ, ਇਸ ਸੰਸਾਰ ਨੂੰ ਉਹ ਨੈਸ਼ਨਲਿਜ਼ਮ ਦੀ ਐਨਕ ਥਾਣੀ ਦੇਖਦੇ ਨੇ, ਇਸ ਸੰਸਾਰ ਨੂੰ ਉਹ ਰੈਸ਼ਨਲਿਸਟਿਕ ਪੁਆਇੰਟ ਆਫ ਵਿਊ ਤੋਂ ਦੇਖਦੇ ਨੇ।
ਇਸ ਸੰਸਾਰ ਨੂੰ ਉਹ ਪੰਜਾਬੀ ਪੁਆਇੰਟ ਆਫ ਵਿਊ ਤੋਂ ਨਹੀਂ ਦੇਖਦੇ। ਇਹਦੇ ਨਾਲ ਸੋ ਜਿਹੜਾ ਮੇਰਾ ਟਾਈਟਲ ਆ ਉਹਦੇ ਵਿੱਚ ਇੱਕ ਲਾਈਨ ਹੋਰ ਹੈ, ਟਾਈਟਲ ਦਾ ਪੂਰਾ ਟਾਈਟਲ ਮੈਂ ਦੱਸਾਂ, ਭਾਸ਼ਾ ਦਰਸ਼ਨ ਅਤੇ ਪੰਜਾਬੀ ਆਲੋਚਨਾ ਦੀ ਭਾਸ਼ਾ। ਉਹਦੇ ਅੱਗੇ ਇੱਕ ਲਾਈਨ ਹੈ ਦਾਸਤਾਨ ਕਤਲ ਦੀ, ਜਿਹੜਾ ਕਤਲ ਕੀਤਾ ਪੰਜਾਬੀ ਬੰਦੇ ਦਾ ਇਹਨਾਂ ਨੇ ਆਲੋਚਨਾ ਵਿੱਚੋਂ ਅਤੇ ਲਿਟਰੇਚਰ ਵਿੱਚ, ਉਹਦੀ ਗੱਲ ਕਰ ਰਹੇ। ਦੂਸਰੀ ਗੱਲ ਇਹ ਕਿ ਇਹ ਵੈਸਟਰਨ ਸਕਾਲਰ ਜਿਹੜੀ ਫਿਲਾਸਫੀ ਆ ਉਹਦੇ ਵਿੱਚ ਦੈਰੀਤਾ ਤੋਂ ਪਹਿਲਾਂ ਅਨਕੁਐਸਚਨਡ ਰਿਹਾ, ਅਤੇ ਪੰਜਾਬ ਵਿੱਚ ਇਹ ਸੰਵਾਦ ਤੋਂ ਪਹਿਲਾਂ ਅਨਕੁਐਸਚਨਡ ਰਿਹਾ। ਪਰ ਹੁਣ ਸਾਰਿਆਂ ਨੂੰ ਚਾਨਣ ਹੋਣਾ ਚਾਹੀਦਾ ਵੀ ਹੁਣ ਇਹ ਅਨਕੁਐਸਚਨਡ ਨਹੀਂ ਰਹਿਣਾ। ਇਹ ਜੋ ਕੁਛ ਚੱਲਦਾ ਰਿਹਾ ਪੰਜਾਬ ਵਿੱਚ ਹੁਣ ਅਨਕੁਐਸਚਨਡ ਨਹੀਂ ਰਹਿਣਾ। ਪੰਜਾਬੀ ਹੁਣ ਪੜ੍ਹ ਰਹੇ ਨੇ, ਪੰਜਾਬੀ ਹੁਣ ਸੋਚ ਰਹੇ ਨੇ, ਪੰਜਾਬੀ ਹੁਣ ਆਪਣੇ ਨਾਲ ਹੋ ਰਹੇ ਧੱਕਿਆਂ ਨੂੰ, ਆਪਣੇ ਨਾਲ ਹੋ ਰਹੇ ਜ਼ੁਲਮ ਨੂੰ ਸਮਝ ਸਕਦੇ ਨੇ ਔਰ ਉਹਦਾ ਠੀਕ ਜਵਾਬ ਦੇ ਸਕਦੇ ਨੇ। ਦੂਸਰੀ ਜਿਹੜੀ ਗੱਲ ਹੈ, ਮਤਲਬ ਕਿ ਵੈਸਟਰਨ ਫਿਲਾਸਫੀ ਦੇ ਵਿੱਚ ਕੋਈ ਇੰਟਰਨਲ ਪ੍ਰੋਬਲਮਸ ਨੇ ਜਿਹਦੇ ਵਿੱਚ ਬਾਈਨਰੀ ਆਪੋਜੀਸ਼ਨ ਚਾਹੀਦੀਆਂ, ਅਤੇ ਮਾਰਕਸ ਦੇ ਵਿੱਚ ਇਹ ਪ੍ਰੋਬਲਮ ਆ ਕਿ ਉਹ ਜਿਹੜਾ ਇਨਸਾਨ ਦਾ ਸੈਲਫ ਆ ਉਹਦੇ ਨਾਲ ਨਿਆਂ ਨਹੀਂ ਕਰ ਸਕਿਆ। ਇਹ ਦੋ ਪ੍ਰੋਬਲਮਸ ਨੇ ਜਿਹਦੇ ਨਾਲ ਤੁਸੀਂ ਵੱਖਰੇ ਤੌਰ 'ਤੇ ਪੜ੍ਹ ਸਕਦੇ ਜਿਨ੍ਹਾਂ ਬਾਰੇ। ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡਾ ਰੈਫਰੈਂਸ ਪੁਆਇੰਟ ਕੀ ਚਾਹੀਦਾ ਸੀ। ਫਿਰ ਸਾਡਾ ਰੈਫਰੈਂਸ ਪੁਆਇੰਟ ਸੀਗਾ ਜਿਹੜਾ ਇਸ ਧਰਤੀ ਦਾ ਜੇਤੂ ਸੱਚ ਆ। ਇਸ ਧਰਤੀ ਦਾ ਜੇਤੂ ਸੱਚ ਹੈ ਸਿੱਖੀ, ਇਸ ਧਰਤੀ ਦਾ ਜੇਤੂ ਸੱਚ ਹੈ ਗੁਰੂ ਗ੍ਰੰਥ ਸਾਹਿਬ। ਉਹ ਸਾਨੂੰ ਇਸ ਸੰਸਾਰ ਦੇ ਨਾਲ ਰਿਸ਼ਤੇ ਦਾ ਵਿਜ਼ਨ ਦਿੰਦਾ। ਗੁਰੂ ਗ੍ਰੰਥ ਸਾਹਿਬ ਦੱਸਦਾ ਕਿ ਮਟੀਰੀਅਲ ਨਾਲ ਤੁਹਾਡਾ ਕੀ ਰਿਲੇਸ਼ਨ ਹੋਵੇ, ਗੁਰੂ ਗ੍ਰੰਥ ਸਾਹਿਬ ਦੱਸਦਾ ਤੁਹਾਡੀ ਮੋਰੈਲਿਟੀ ਕੀ ਹੋਵੇ, ਗੁਰੂ ਗ੍ਰੰਥ ਸਾਹਿਬ ਦੱਸਦਾ ਤੁਹਾਡਾ ਔਰਤ ਨਾਲ ਕੀ ਸੰਬੰਧ ਹੋਵੇ। ਗੁਰੂ ਗ੍ਰੰਥ ਸਾਹਿਬ ਤੋਂ ਸਾਰਾ ਕੁਝ ਮਿਲਦਾ, ਪਰ ਜਦੋਂ ਰੈਫਰੈਂਸ ਪੁਆਇੰਟ ਹੀ ਪੰਜਾਬ ਤੋਂ ਬਾਹਰ ਰੱਖਿਆ ਹੋਇਆ, ਰੈਫਰੈਂਸ ਪੁਆਇੰਟ ਨੂੰ ਤੁਸੀਂ ਸੈਕੂਲਰਿਜ਼ਮ ਦੇ ਨਾਂ ਥੱਲੇ, ਸੈਕੂਲਰਿਜ਼ਮ ਦੀ ਗਲਤ ਵਿਆਖਿਆ ਹੈ ਇੰਡੀਆ ਵਿੱਚ, ਇਹ ਅੱਗੇ ਵੀ ਸ਼ਾਇਦ ਗੱਲ ਹੋ ਚੁੱਕੀ ਹੈ। ਸੈਕੂਲਰਿਜ਼ਮ ਦਾ ਅਸਲ ਅਰਥ ਹੈ ਲੌਕਿਕਤਾ, ਇਸ ਲੋਕ ਦੀ ਗੱਲ ਕਰਨੀ, ਪਰਲੋਕ ਦੀ ਗੱਲ ਨਾ ਕਰਨੀ। ਸੰਸਾਰਿਕਤਾ, ਮਾਦਾ, ਜੋ ਦਿਸਦਾ ਸੰਸਾਰ ਹੈ ਉਹਦੀ ਗੱਲ ਕਰਨੀ, ਇਹ ਹੈ ਸੈਕੂਲਰ। ਪਰ ਇੰਡੀਆ ਵਾਲੇ ਚਲਾਕ ਸੀ, ਜ਼ੋਰਾਵਰ ਸੀ ਇੰਡੀਅਨ ਨੈਸ਼ਨਲਿਜ਼ਮ ਦੇ ਵਿੱਚ, ਉਹਨਾਂ ਨੇ ਕਨਸਟੀਟਿਊਸ਼ਨ ਵਿੱਚ ਵੀ ਸੈਕੂਲਰਿਜ਼ਮ ਵਾੜ ਦਿੱਤਾ। ਉਹਦੀ ਵਿਆਖਿਆ ਕੀਤੀ ਨਾਲ ਬਕਾਇਦਾ ਕਿ ਸੈਕੂਲਰਿਜ਼ਮ ਹੈ ਧਰਮ ਨਿਰਪੱਖਤਾ। ਇਹ ਕਿਸੇ ਵੀ ਅਰਥ ਵਿੱਚ ਨਹੀਂ ਬਣਦਾ। ਸੈਕੂਲਰਿਜ਼ਮ ਦਾ ਇਹ ਅਰਥ ਕਿਸੇ ਵੀ ਰੂਪ ਵਿੱਚ ਨਹੀਂ ਬਣਦਾ। ਸੈਕੂਲਰਿਜ਼ਮ ਦਾ ਅਰਥ ਹੈ ਸੰਸਾਰਿਕਤਾ ਦੀ ਗੱਲ ਕਰਨੀ। ਸੋ ਇਹਨਾਂ ਨੇ ਜਿਹੜੀ ਸਾਇੰਸ ਦਾ ਆਸਰਾ ਲੈ ਕੇ, ਜਿਹੜੀ ਵੈਸਟਰਨ ਫਿਲਾਸਫੀ ਦਾ ਆਸਰਾ ਲੈ ਕੇ ਸਾਡੀ ਸੈਕੂਲਰਾਈਜੇਸ਼ਨ ਕੀਤੀ ਸੀ, ਉਹ ਸਾਡੀ ਠੀਕ ਰਿਪਰੈਜ਼ੈਂਟੇਸ਼ਨ ਨਹੀਂ ਕਰਦੀ। ਸਾਡੀ ਠੀਕ ਰਿਪਰੈਜ਼ੈਂਟੇਸ਼ਨ ਸਾਡੇ ਸੱਚ ਵਿੱਚ ਹੋਣੀ ਹੈ। ਸਾਡਾ ਸੱਚ ਜਿਹੜਾ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ, ਜਿਹੜਾ ਸਾਡੀ ਧਰਤੀ ਨੇ ਕਮਾਇਆ ਹੋਇਆ, ਜਿਹੜਾ ਸਾਡੀ ਭਾਸ਼ਾ ਵਿੱਚ ਹੈ, ਜਿਹੜਾ ਸਾਡੀ ਲਿਪੀ ਵਿੱਚ ਹੈ, ਉਹ ਸਾਡਾ ਸੱਚ ਹੈ। ਉਹਨੂੰ ਰੈਫਰੈਂਸ ਪੁਆਇੰਟ ਬਣਾ ਕੇ ਹੀ ਸਾਡਾ ਜਿਹੜਾ ਕ੍ਰਿਟਿਸਿਜ਼ਮ ਦਾ ਈਡੀਅਮ ਡਿਵੈਲਪ ਹੋਣਾ ਚਾਹੀਦਾ ਸੀ। ਉਹਨੂੰ ਰੈਫਰੈਂਸ ਪੁਆਇੰਟ ਬਣਾ ਕੇ ਸਾਡਾ ਜਿਹੜਾ ਸਿਰਜਣਾਤਮਕ ਅਮਲ ਜਿਹੜਾ ਉਹ ਡਿਵੈਲਪ ਹੋਣਾ ਚਾਹੀਦਾ ਸੀ। ਸੋ ਇਹਦੇ ਨਾਲ ਪੰਜਾਬੀ ਸੈਲਫ ਦਾ ਕਤਲ ਹੋਇਆ। ਸੰਸਕ੍ਰਿਤ ਬਾਰੇ ਥੋੜ੍ਹੀ ਜਿਹੀ ਮੈਂ ਸਿੱਖ ਫਿਲਾਸਫੀ ਬਾਰੇ ਗੱਲ ਕਰਨੀ ਚਾਹਾਂ, ਸਿਰਫ 5-7 ਮਿੰਟ। ਸਿੱਖ ਫਲਸਫੇ ਦਾ ਪੱਛਮੀ ਫਲਸਫੇ ਨਾਲੋਂ ਵੱਡਾ ਫਰਕ ਇਹ ਆ ਕਿ ਇਹ ਫਲਸਫਾ ਜਾਂ ਇਹ ਜਿਹੜਾ ਸਿੱਖੀ ਆ ਉਹ ਸਾਨੂੰ ਇਹ ਸਿਖਾਉਂਦੀ ਆ ਵੀ ਦੋ ਕੁਝ ਨਹੀਂ, ਗੱਲ ਇੱਕ ਤੋਂ ਸ਼ੁਰੂ ਹੁੰਦੀ, ਇੱਕ ਤੋਂ ਸ਼ੁਰੂ ਹੁੰਦੀ ਹੈ ਗੱਲ। ਇਹਦੇ ਵਿੱਚ ਜਿਹੜੀਆਂ ਡੁਐਲਿਟੀਜ਼ ਨੇ, ਜਿਵੇਂ ਪੁਰਸ਼ ਅਤੇ ਇਸਤਰੀ ਦੀ ਡੁਐਲਿਟੀ ਹੈ, ਮਨੁੱਖ ਅਤੇ ਪਰਮਾਤਮਾ ਦੀ ਡੁਐਲਿਟੀ ਹੈ, ਇਹ ਡੁਐਲਿਟੀਜ਼ ਇੱਕ ਦੂਸਰੇ ਨੂੰ ਪੂਰਾ ਕਰਨ ਵਾਲੀਆਂ ਹੈ। ਇਹ ਡੁਐਲਿਟੀਜ਼ ਦੂਸਰੇ ਦਾ ਹੱਕ ਮਾਰਨ ਵਾਲੀਆਂ ਡੁਐਲਿਟੀਜ਼ ਨਹੀਂ ਹੈ। ਇਹ ਡੁਐਲਿਟੀ ਸਿਰਜਣਾ ਦੇ ਨਿਯਮ ਵਿੱਚ ਹੈ। ਇਹ ਡੁਐਲਿਟੀ ਦੂਸਰੇ ਨੂੰ ਖਾਣ ਲਈ ਨਹੀਂ ਹੈ। ਇਸਤਰੀ ਮਰਦ ਦੀ ਪੂਰਤੀ ਕਰਦੀ ਹੈ, ਮਰਦ ਇਸਤਰੀ ਦੀ ਪੂਰਤੀ ਕਰਦਾ, ਦੋਵੇਂ ਮਿਲ ਕੇ ਇੱਕ ਸੰਸਾਰ ਦੇ ਉੱਤੇ ਜਿਹੜਾ ਸੰਪੂਰਨਤਾ ਦਾ ਦ੍ਰਿਸ਼ ਪੈਦਾ ਕਰਦੇ। ਇਸੇ ਤਰ੍ਹਾਂ ਪਰਮਾਤਮਾ ਅਤੇ ਜਗਿਆਸੂ, ਪਰਮਾਤਮਾ ਦੇ ਭਗਤ, ਇਹ ਵੀ ਦੋਵੇਂ ਮਿਲ ਕੇ ਸੰਸਾਰ ਦੇ ਉੱਤੇ ਇੱਕ ਸੰਪੂਰਨਤਾ ਦਾ ਦ੍ਰਿਸ਼ ਪੈਦਾ ਕਰਦੇ। ਤਾਂ ਇੱਥੇ ਜਿਹੜੀ ਡੁਐਲਿਟੀ ਆ ਉਹ ਇੱਕ ਵੱਲ ਵਧਣ ਵਾਲੀ ਆ। ਜਿਹੜੀ ਵੈਸਟਰਨ ਡੁਐਲਿਟੀ ਆ ਉਹ ਦੂਸਰੇ ਨੂੰ ਖਾਣ ਵਾਲੀ ਹੈ। ਉਹਦੇ ਲਈ ਦੂਸਰਾ ਹੈਲ ਆ, ਸਾਡੇ ਲਈ ਦੂਸਰਾ ਸੇਵਾ ਦਾ ਥਾਂ ਆ। ਜੇ ਦੂਸਰਾ ਹੋਏਗਾ ਤਾਂ ਉਹਦੇ ਲਈ ਤੁਸੀਂ ਲੰਗਰ ਲਾਓਗੇ, ਦੂਸਰਾ ਹੋਏਗਾ ਤਾਂ ਉਹਦੇ ਭਾਂਡੇ ਮਾਂਜੋਗੇ, ਦੂਸਰਾ ਹੋਏਗਾ ਤਾਂ ਉਹਦੀ ਸੇਵਾ ਕਰੋਗੇ, ਦੂਸਰਾ ਹੋਏਗਾ ਤਾਂ ਤੁਹਾਡੇ ਕੋਲ ਸੇਵਾ ਦਾ ਥਾਂ ਬਚੇਗਾ। ਜੇ ਦੂਸਰਾ ਹੋਏਗਾ ਹੀ ਨਹੀਂ ਤਾਂ ਤੁਸੀਂ ਇਹ ਜਿਹੜਾ ਕਿ ਕਿਸ ਨੂੰ ਸੰਪੂਰਨ ਕਰਨਾ ਹੈ। ਸੋ ਇਹ ਜਿਹੜੀ ਚੀਜ਼ ਆ, ਇਹ ਬੇਸਿਕ ਫਰਕ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ
ਉਹ ਬਾਈਨਰੀ ਓਪੋਜੀਸ਼ਨਸ ਵਿੱਚ ਨਹੀਂ ਚੱਲਦਾ। ਇਹਦੇ ਵਿੱਚ ਕੋਈ ਮਿਹਰ ਦੀ, ਕੋਈ ਸੇਵਾ ਦੀ, ਕੋਈ ਸਿਮਰਨ ਦੀ ਚੀਜ਼ ਆ ਜਿਹੜੀ ਇਹਦਾ ਅਗਲਾ ਹੋਰ ਬਰੀਕੀ ਵਿੱਚ ਜਾਣਾ ਹੋਵੇ। ਭਾਸ਼ਾ ਵਿਗਿਆਨ ਦੇ ਨੁਕਤੇ ਤੋਂ, ਇਹ ਆਖਰੀ ਪੁਆਇੰਟ ਹੈ, ਭਾਸ਼ਾ ਵਿਗਿਆਨ ਦੇ ਨੁਕਤੇ ਤੋਂ ਜਿਹੜਾ ਹੁਣ ਦਾ ਭਾਸ਼ਾ ਵਿਗਿਆਨ, ਜਿਹੜਾ ਸਾਇੰਟੀਫਿਕ ਭਾਸ਼ਾ ਵਿਗਿਆਨ ਆ ਜਾਂ ਜਿਹੜਾ ਵੈਸਟਰਨ ਭਾਸ਼ਾ ਵਿਗਿਆਨ ਆ, ਇਹ ਧੁਨੀ ਤੋਂ ਸ਼ੁਰੂ ਹੁੰਦਾ, ਬੋਲ ਤੋਂ ਸ਼ੁਰੂ ਹੁੰਦਾ। ਉਹਦੀ ਥੋੜ੍ਹੀ ਜਿਹੀ ਵਿਆਖਿਆ ਕਰਨੀ ਚਾਹੁੰਦਾ ਮੈਂ ਕਿ ਜਿਹੜੀ ਸਾਡੇ ਉਚਾਰਨ ਅੰਗ ਆ, ਜਿਹੜੀਆਂ ਸਾਡੀਆਂ ਵੋਕਲ ਕਾਰਡਸ ਆ, ਉਹਨਾਂ ਦੇ ਵਿੱਚੋਂ ਜਦੋਂ ਹਵਾ ਗੁਜ਼ਰਦੀ ਹੈ ਤਾਂ ਹਵਾ ਦੇ ਗੁਜ਼ਰਨ ਨਾਲ ਉਹ ਕੰਬਦੀਆਂ ਨੇ। ਉਸ ਕੰਬਣ ਦੇ ਨਾਲ ਜਿਹੜੀ ਉਹ ਹਵਾ ਆ ਉਹਨੂੰ ਇੱਕ ਫੋਰਸ ਦੇ ਵਜੋਂ, ਬਲ ਵਜੋਂ ਵਰਤ ਕੇ ਅਸੀਂ ਆਪਣੀਆਂ ਜਿਹੜੀਆਂ ਘੰਡੀ ਦੇ ਵਿੱਚ ਲੱਗੀਆਂ ਹੋਈਆਂ 2 ਪੱਤਰੀਆਂ ਹਨ ਉਹਨਾਂ ਨੂੰ ਕੰਬਾਹਟ ਦਿੰਦੇ ਹਾਂ ਅਤੇ ਉਹ ਕੰਬਣ ਦੇ ਨਾਲ ਉੱਥੇ ਨਾਦ ਪੈਦਾ ਹੁੰਦਾ, ਨਾਦ ਗਲੇ ਵਿੱਚ। ਉਸ ਨੂੰ ਫਿਰ ਅੱਗੇ ਮੂੰਹ ਵਿੱਚ ਵੱਖ-ਵੱਖ ਥਾਵਾਂ 'ਤੇ ਰੋਕ ਕੇ ਵੱਖ-ਵੱਖ ਧੁਨੀਆਂ ਪੈਦਾ ਕੀਤੀਆਂ ਜਾਂਦੀਆਂ, ਜਿਹੜੀਆਂ 35 ਜਿਹੜੇ ਅੱਖਰ ਆ ਸਾਰੇ ਸਾਡੇ ਮੂੰਹ ਵਿੱਚ ਬਣਦੇ ਆ। ਕੁਝ ਨੱਕ ਰਾਹੀਂ ਉਚਾਰਨ ਹੁੰਦੇ, ਕੋਈ ਸਿੱਧੇ ਮੂੰਹ ਰਾਹੀਂ, ਜਿਹਨੂੰ ਸਵਰ ਅਤੇ ਵਿਅੰਜਨ 'ਚ ਵੰਡ ਲੈਂਦੇ, ਅਰਧ ਸਵਰ। ਸੋ ਇਹ ਜਿਹੜੀ ਚੀਜ਼ ਆ ਇਹਦਾ ਅਧਿਐਨ ਹੋ ਰਿਹਾ ਵੈਸਟਰਨ ਫਿਲਾਸਫੀ ਦੇ ਵਿੱਚ। ਇਹਦੇ ਲਈ ਬੜੇ ਵੱਡੇ ਮਾਪਦੰਡ ਬਣੇ ਹੋਏ ਆ, ਇਹੋ ਜਿਹੀਆਂ ਲੈਬਸ ਬਣੀਆਂ ਹੋਈਆਂ ਜਿਹੜੀਆਂ ਇਹਦੇ ਵਿੱਚ ਪੈਦਾ ਹੋਣ ਵਾਲੀਆਂ ਵੱਖਰਤਾਵਾਂ ਨੂੰ ਪਛਾਣਦੀਆਂ, ਜਿਹਦੇ ਨਾਲ ਹੋਰ ਡਾਇਲੈਕਟਸ ਦੀ ਖੋਜ ਹੋ ਰਹੀ ਹੈ। ਪਰ ਇਹ ਸਾਰੀ ਖੋਜ ਜਿਹੜੀ ਹੋ ਰਹੀ ਆ, ਇਹ ਹੱਥਨਾਦ ਦੀ ਖੋਜ ਹੋ ਰਹੀ ਹੈ। ਹੱਥਨਾਦ ਜਿਹੜਾ 2 ਚੀਜ਼ਾਂ ਦੇ ਟਕਰਾਅ ਤੋਂ ਪੈਦਾ ਹੁੰਦਾ, ਕਿਉਂਕਿ ਵੈਸਟਰਨ ਫਿਲਾਸਫੀ ਡੁਐਲਿਟੀ ਦੇ ਨਿਯਮ ਨੂੰ ਮੰਨਦੀ ਹੈ, ਉਹ ਡੁਐਲਿਟੀ ਦੇ ਟਕਰਾਅ ਨੂੰ ਭਾਲਦੀ ਹੈ। ਅਤੇ ਡੁਐਲਿਟੀ ਦਾ ਟਕਰਾਅ ਹੋ ਰਿਹਾ ਸਾਡੇ ਗਲੇ ਵਿੱਚ, ਜਿੱਥੋਂ ਜਿਹੜੀਆਂ 2 ਬਰੀਕ ਮਾਸ ਦੀਆਂ ਬਣੀਆਂ ਹੋਈਆਂ ਤੰਤੀਆਂ ਉਹ ਆਪਸ ਵਿੱਚ ਟਕਰਾਉਂਦੀਆਂ ਅਤੇ ਨਾਦ ਪੈਦਾ ਹੁੰਦਾ, ਜਿਸ ਤੋਂ ਭਾਸ਼ਾ ਪੈਦਾ ਹੁੰਦੀ। ਪਰੰਤੂ ਜਿਹੜਾ ਸਾਡੀ ਅਧਿਆਤਮਿਕਤਾ ਆ ਉਹ ਅਨਹਤ ਨਾਦ ਦੀ ਵੀ ਗੱਲ ਕਰਦੀ, ਜਿਹਦੇ ਵਿੱਚ ਡੁਐਲਿਟੀ ਖਤਮ ਹੋ ਜਾਂਦੀ ਹੈ, ਜਿਹਦੇ ਵਿੱਚ ਸਵੈਮ ਭਵ, ਆਪਣੇ ਆਪ ਤੋਂ ਪੈਦਾ ਹੋਈ ਚੀਜ਼, ਸਹਿਬੰਗ ਜਿਹੜੀ ਆਪਣੇ ਆਪ ਤੋਂ ਪੈਦਾ ਹੁੰਦੀ ਹੈ। ਇਹ ਥੋੜ੍ਹੀਆਂ ਹੋਰ ਜ਼ਿਆਦਾ ਅਗਲੀਆਂ ਡਾਇਮੈਂਸ਼ਨਸ ਨੇ ਭਾਸ਼ਾ ਦਰਸ਼ਨ ਦੇ ਲਈ, ਕਿ ਜਿਹੜਾ ਅਨਹਤ ਨਾਦ ਆ ਉਹਦੇ ਲਈ, ਉਹਦੇ ਤੱਕ ਅਪਰੋਚ ਬਣਾਉਣ ਲਈ ਸਾਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ। ਇਸ ਵੱਲ ਆਪਾਂ ਫਿਰ ਕਿਤੇ ਡਿਸਕਸ਼ਨ ਕਰਾਂਗੇ, ਪਰ ਹੁਣ ਜਿਹੜੀ ਸਾਡੀ ਅੱਜ ਦੀ ਡਿਸਕਸ਼ਨ ਸੀਗੀ ਉਹਨੂੰ ਮੈਂ ਸਿਰਫ ਇੱਕ ਪੁਆਇੰਟ 'ਤੇ ਕਨਕਲੂਡ ਕਰਦਾ ਕਿ ਜਿਹੜੀ ਪੰਜਾਬੀ ਭਾਸ਼ਾ ਆ, ਜਿਹੜੀ ਵਰਤਮਾਨ ਆਧੁਨਿਕ ਲਿਟਰੇਚਰ ਵਿੱਚ ਅਤੇ ਆਧੁਨਿਕ ਆਲੋਚਨਾ ਵਿੱਚ ਵਰਤੀ ਜਾ ਰਹੀ ਆ, ਉਹ ਪੰਜਾਬੀ ਖਾਸੇ ਨੂੰ ਪ੍ਰਤੀਨਿਧਤਵ ਨਹੀਂ ਦਿੰਦੀ। ਇਸ ਕਰਕੇ ਪੰਜਾਬੀ ਇਨਸਾਨ ਦਾ, ਪੰਜਾਬੀ ਲੋਕਾਂ ਦਾ ਜਿਹੜਾ ਵਿਜ਼ਨ ਆ, ਜਿਹੜੀ ਦ੍ਰਿਸ਼ਟੀ ਆ, ਉਹ ਸੁੰਗੜ ਰਹੀ ਹੈ। ਪੰਜਾਬੀ ਬੰਦਾ ਸੁੰਗੜ ਰਿਹਾ। ਉਸ ਨੂੰ ਜਿਹੜੀਆਂ ਸੰਸਾਰ ਦੀਆਂ ਪ੍ਰੋਬਲਮਸ ਆ, ਸੰਸਾਰ ਨਾਲ ਉਹਦੇ ਜਿਹੜੇ ਰਿਲੇਸ਼ਨਸ ਆ, ਇਹਦੇ ਵਿੱਚ ਜਿਹੜੀ ਉਹਦੀ ਟੈਨਸ਼ਨ ਉਹਦੇ ਕੋਲ ਸਹੀ ਨਹੀਂ ਜਾ ਰਹੀ। ਇਸ ਕਰਕੇ ਉਹ ਸੁਸਾਈਡ ਵੱਲ ਜਾ ਰਿਹਾ, ਇਸ ਕਰਕੇ ਉਹ ਨਸ਼ੇ ਵੱਲ ਜਾ ਰਿਹਾ, ਇਸ ਕਰਕੇ ਹੋਰ ਸਾਰੀ ਚੀਜ਼ਾਂ ਵੱਲ ਜਾ ਰਿਹਾ। ਜੇਕਰ ਉਹਦਾ ਸੰਸਾਰ ਪ੍ਰਤੀ ਦ੍ਰਿਸ਼ਟੀਕੋਣ ਸਹੀ ਹੋਵੇ, ਉਹਦਾ ਰੈਫਰੈਂਸ ਪੁਆਇੰਟ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਹੋਵੇ, ਔਰ ਉਹਦੇ ਵਿੱਚੋਂ ਛਣ ਕੇ ਸਾਰੇ ਫਲਸਫੇ ਬਣ ਰਹੇ ਹੋਣ, ਉਹਦੇ ਵਿੱਚੋਂ ਛਣ ਕੇ ਹੀ ਸਾਡੀਆਂ ਕਵਿਤਾਵਾਂ ਆ ਰਹੀਆਂ ਹੋਣ, ਉਹਦੇ ਵਿੱਚੋਂ ਛਣ ਕੇ ਹੀ ਨਾਵਲ ਅਤੇ ਕਹਾਣੀਆਂ ਆਉਣ ਅਤੇ ਗੀਤ ਆਉਣ, ਤਾਂ ਉਹਨੂੰ ਠੀਕ ਪ੍ਰਤੀਨਿਧਤਵ ਮਿਲੇ, ਉਹਨੂੰ ਠੀਕ ਅਗਵਾਈ ਮਿਲੇ, ਔਰ ਉਹ ਆਪਣੇ ਸੰਸਾਰ ਨਾਲ ਬਣਦੇ ਰਿਸ਼ਤਿਆਂ ਨੂੰ ਠੀਕ ਤਰ੍ਹਾਂ ਡਿਫਾਈਨ ਕਰ ਸਕੇ, ਔਰ ਇਸ ਤਰ੍ਹਾਂ ਨਸ਼ਿਆਂ ਦੇ ਵਿੱਚ ਸੁਸਾਈਡ ਵੱਲ ਉਹ ਨਾ ਜਾਵੇ। ਤੋ ਇਹ ਜਿਹੜਾ ਇਹ ਪੰਜਾਬੀ ਬੰਦੇ ਦਾ ਕਤਲ ਹੋ ਰਿਹਾ, ਇਹਦੇ ਵੱਲ ਸਾਨੂੰ ਜਿਹੜਾ ਦੇਖਣਾ ਪਏਗਾ, ਔਰ ਹੁਣ ਕੁਝ ਵੀ ਅਨਕੁਐਸਚਨਡ ਨਹੀਂ ਰਹੇਗਾ। ਹਰ ਚੀਜ਼ ਨੂੰ ਇਹ ਜਿਹੜਾ ਉਹ ਪਰਖ 'ਚੋਂ ਲੰਘਣਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।